अभई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस नूं सारे प्यार करो। गुरुआं अते शहीदां दा तुसीं सारे ही सत्कार करो। सब तेरी वड्याई कोई ना हो ना जाने मेरा। आदि गुरु है ना मैं, जुगाद गुरु है ना मैं, वो सतगुरु है ना मैं, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 31 ਜੇਠ ਸੰਮਤ 553 ਨਾਨਕਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 13 ਜੂਨ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। चेत न है तो चेत ले
चेतना है तो चेत ले, चेतना है तो चेत ले। निस दिन मैं प्राणी, निस दिन मैं प्राणी, चेतना है तो चेत ले, चेतना है तो चेत ले। छिन छिन याद बेहात है, छिन छिन याद बेहात है, फूटे कट जय पानी, फूटे काट जयो पानी, चेतना है तो चेत ले, चेतना है तो चेत ले। हर गुण काहे न गावई, हर गुण काहे न गावई, गावई गावई, हर गुण काहे ना गावई, हर गुण काहे ना गावई। हर गुण काहे न गावई, मूरख अज्ञाना, मूरख अज्ञाना, झूठे लालच लाग के, झूठे लालच लाग के, झूठे लालच लाग गए, झूठे लालच लाग के, न मार पछाना, न मार पछाना, चेतना है तो चेत ले, चेतना है तो चेत ले। निस दिन में प्राणी,
निस दिन मैं प्राणी चेतन है तो चेत ले चेतना है तो चेत ले अजहू कछ बिगड़े नहीं अजहू कछ बिगड़े नहीं जो प्रभु गुण गावे जो प्रभु गुण गावे चेतन है तो चेत ले चेतना है तो चेत ले निस दिन में प्राणी निस दिन में प्राणी चेतना है तो चेत ले चेतना है तो चेत ले चेतना है तो चेत ले कौ नानक ते भजन ते कहो नानक ते भजन ते कौ नानक ते भजन ते कौ नानक ते भजन ते निरपै पद पावे निरपै पद पावे चेतना है तो चेत ले चेतना है तो चेत ले निस दिन में प्राणी निस दिन में प्राणी चेतना है तो चेत ले चेतना है तो चेत ले चेतना है तो चेत ले ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕਰਦੇ ਹਾਂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ
ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਗੁਣ ਗਾਏ ਵਿਗਸੈ ਸਦਾ ਅਨਦਿਨ ਜਾ ਆਪ ਸਾਚੇ ਭਾਵੈ। ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੈ। ਆਪ ਕਰਤਾ ਕਰੇ ਸੋਈ ਆਪ ਦੇ ਤਾ ਪਾਈਐ। ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ ਜੀਉ। ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ। ਕਦੇ ਨਾ ਵਿਸਾਰੀ ਅਨਦਿਨ ਸੰਭਾਰੀ ਜਾ ਨਾਮ ਲਈ ਤਾ ਜੀਵਾ। ਸ਼੍ਰਵਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ। ਨਦਰ ਕਰੇ ਤਾਂ ਸਤਿਗੁਰ ਮੇਲੇ ਅਨਦਿਨ ਵਿਵੇਕ ਬੁੱਧ ਵਿਚਰੈ। ਅੰਦਰ ਸਾਚਾ ਨੇਹੋ ਪੂਰੇ ਸਤਿਗੁਰੈ। ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜੀਉ। ਅਨਦਿਨ ਰਹੈ ਲਿਵ ਲਾਏ ਤਾ ਸਹਿਜ ਸਮਾਵੈ ਜੀਉ। ਸਹਿਜ ਸਮਾਵੈ ਤਾ ਹਰ ਮਨ ਭਾਵੈ ਸਦਾ ਅਤੀਤ ਬੈਰਾਗੀ। ਹਲਤ ਪਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ। ਹਰਖ ਸੋਗ ਦੁਹਾ ਤੇ ਮੁਕਤਾ
ਜੋ ਪ੍ਰਭ ਕਰੇ ਸੋ ਭਾਵੈ ਸਤ ਸੰਗਤ ਮਿਲੈ ਵਡ ਭਾਗ ਤਾ ਹਰ ਰਸ ਆਵੈ ਜੀਉ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਇਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉਮੈ ਰੋਹਿਆ ਮੇਰੀ ਮੇਰੀ ਕਰਤ ਵਿਹਾਵੈ ਜੋ ਪ੍ਰਭ ਦੇ ਤਿਸ ਚੇਤੈ ਨਾਹੀ ਅੰਤ ਗਿਆ ਪਛਤਾਵੈ ਬਿਨ ਨਾਵੈ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਧੋਇਆ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਉ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਇਆ ਜੀਉ ਸਦਾ ਰਹਿ ਕਰ ਜੋੜ ਪ੍ਰਭ ਮਨ ਭਾਇਆ ਜੀਉ ਪ੍ਰਭ ਮਨ ਭਾਵੈ ਤਾਂ ਹੁਕਮ ਸਮਾਵੈ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹਿ ਦਿਨ ਰਾਤੀ ਸਹਜੇ ਨਾਮ ਧਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲੇਹੋ ਮਿਲਾਏ ਮਹਿਲ ਹਰ ਪਾਵੈ ਜੀਉ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੈ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੈ ਜੀਉ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ੰਤ ਮਹੱਲਾ ਚੌਥਾ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰਿ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ। ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਹੁਣੇ ਅਸੀਂ ਸੁਣ ਰਹੇ ਸੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ। ਆਓ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ।
ਧਨਾਸਰੀ ਛੰਤ ਮਹੱਲਾ ਚੌਥਾ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹੇ ਭਾਈ, ਜੇ ਪ੍ਰਮਾਤਮਾ ਆਪ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਜੇ ਗੁਰੂ ਮਿਲ ਪਵੇ ਤਾਂ ਪ੍ਰਭੂ ਦੇ ਪ੍ਰੇਮ ਦੇ ਵਿੱਚ ਲੀਨ ਹੋ ਕੇ ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਗਾ ਸਕੀਦਾ ਹੈ। ਪ੍ਰਮਾਤਮਾ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਹੈ, ਪਰ ਇਹ ਤਾਂ ਹੀ ਹੋ ਸਕਦਾ ਹੈ ਜਦੋਂ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੂੰ ਆਪ ਇਹ ਮਿਹਰ ਕਰਨੀ ਪਸੰਦ ਆਵੇ। ਗੁਣ ਗਾਉਣ ਦੀ ਬਰਕਤ ਦੇ ਨਾਲ ਮਨੁੱਖ ਅਹੰਕਾਰ, ਹਉਮੈ, ਮਾਇਆ ਦਾ ਮੋਹ ਤਿਆਗ ਦਿੰਦਾ ਹੈ ਅਤੇ ਆਤਮਿਕ ਅਡੋਲਤਾ ਦੇ ਵਿੱਚ ਹਰੀ ਨਾਮ ਦੇ ਵਿੱਚ ਲੀਨ ਹੋ ਜਾਂਦਾ ਹੈ। ਨਾਮ ਸਿਮਰਨ ਦੀ ਦਾਤ ਉਹ ਪ੍ਰਮਾਤਮਾ ਆਪ ਹੀ ਕਰਦਾ ਹੈ। ਜਦੋਂ ਉਹ ਇਹ ਦਾਤ ਦਿੰਦਾ ਹੈ ਤਦੋਂ ਹੀ ਦਾਤ ਮਿਲਦੀ ਹੈ। ਹੇ ਭਾਈ, ਪ੍ਰਮਾਤਮਾ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਹੈ। ਹੇ ਭਾਈ, ਪੂਰੇ ਗੁਰੂ ਦੇ ਰਾਹੀਂ ਮੇਰੇ ਮਨ ਦੇ ਵਿੱਚ ਪ੍ਰਮਾਤਮਾ ਨਾਲ ਸਦਾ ਸਥਿਰ ਰਹਿਣ ਵਾਲਾ ਪਿਆਰ ਬਣ ਗਿਆ ਹੈ। ਗੁਰੂ ਦੀ ਕਿਰਪਾ ਦੇ ਨਾਲ ਮੈਂ ਉਸ ਪ੍ਰਭੂ ਨੂੰ ਦਿਨ ਰਾਤ ਸਿਮਰਦਾ ਰਹਿੰਦਾ ਹਾਂ। ਮੈਨੂੰ ਉਹ ਕਦੇ ਵੀ ਨਹੀਂ ਭੁੱਲਦਾ। ਮੈਂ ਉਸ ਨੂੰ ਕਦੇ ਭੁਲਾਉਂਦਾ ਨਹੀਂ। ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਦੇ ਵਿੱਚ ਵਸਾਈ ਰੱਖਦਾ ਹਾਂ। ਜਦ ਮੈਂ ਉਸ ਦਾ ਨਾਮ ਜਪਦਾ ਹਾਂ ਤਾਂ ਮੈਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਜਦੋਂ ਮੈਂ ਆਪਣੇ ਕੰਨਾਂ ਦੇ ਨਾਲ ਹਰੀ ਨਾਮ ਸੁਣਦਾ ਹਾਂ ਤਦੋਂ ਮੇਰਾ ਇਹ ਮਨ ਮਾਇਆ ਵੱਲੋਂ ਰੱਜ ਜਾਂਦਾ ਹੈ। ਹੇ ਭਾਈ, ਮੈਂ ਗੁਰੂ ਦੀ ਸ਼ਰਨ ਪੈ ਕੇ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਹਿੰਦਾ ਹਾਂ। ਜਦੋਂ ਪ੍ਰਭੂ ਮਨੁੱਖ ਉੱਤੇ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਉਸ ਨੂੰ ਗੁਰੂ ਮਿਲਾਉਂਦਾ ਹੈ। ਤਦੋਂ ਹਰ ਵੇਲੇ ਉਸ ਮਨੁੱਖ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਕੰਮ ਕਰ ਸਕਦੀ ਹੈ। ਹੇ ਭਾਈ, ਪੂਰੇ ਗੁਰੂ ਦੀ ਕਿਰਪਾ ਦੇ ਨਾਲ ਮੇਰੇ ਅੰਦਰ ਪ੍ਰਭੂ ਨਾਲ ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਗਿਆ ਹੈ। ਜਿਸ ਮਨੁੱਖ ਨੂੰ ਵੱਡੀ ਕਿਸਮਤ ਦੇ ਨਾਲ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਸ ਨੂੰ ਪ੍ਰਮਾਤਮਾ ਦਾ ਨਾਮ ਦਾ ਸਵਾਦ ਆਉਣ ਲੱਗ ਪੈਂਦਾ ਹੈ। ਉਹ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਸੁਰਤ ਜੋੜੀ ਰੱਖਦਾ ਹੈ ਤੇ ਆਤਮਿਕ ਅਡੋਲਤਾ ਦੇ ਵਿੱਚ ਟਿਕਿਆ ਰਹਿੰਦਾ ਹੈ। ਜਦੋਂ ਮਨੁੱਖ ਆਤਮਿਕ ਅਡੋਲਤਾ ਦੇ ਵਿੱਚ ਲੀਨ ਹੋ ਜਾਂਦਾ ਹੈ ਤਦੋਂ ਪ੍ਰਮਾਤਮਾ ਦੇ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਪੈਂਦਾ ਹੈ। ਤਦੋਂ ਮਾਇਆ ਦੇ ਮੋਹ ਤੋਂ ਪਰੇ ਲੰਘ ਜਾਂਦਾ ਹੈ ਤੇ ਇਹ ਨਿਰਲੇਪ ਹੋ ਜਾਂਦਾ ਹੈ। ਇਸ ਲੋਕ ਦੇ ਵਿੱਚ, ਪਰਲੋਕ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਉਸ ਦੀ ਸੋਭਾ ਹੋਣ ਲੱਗ ਪੈਂਦੀ ਹੈ। ਪਰਮਾਤਮਾ ਦੇ ਨਾਮ ਦੇ ਵਿੱਚ ਉਸ ਦੀ ਐਸੀ ਲਗਨ ਲੱਗਦੀ ਹੈ। ਉਹ ਮਨੁੱਖ ਖੁਸ਼ੀ ਗਮੀ ਦੋਹਾਂ ਤੋਂ ਸੁਤੰਤਰ ਹੋ ਜਾਂਦਾ ਹੈ। ਜੋ ਕੁਝ ਵੀ ਪ੍ਰਮਾਤਮਾ ਕਰਦਾ ਹੈ ਉਸ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ। ਹੇ ਭਾਈ, ਜਦੋਂ ਵੱਡੀ ਕਿਸਮਤ ਦੇ ਨਾਲ ਕਿਸੇ ਮਨੁੱਖ ਨੂੰ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਤਦੋਂ ਉਸ ਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਿਕ ਮੌਤ ਨੇ ਸਦਾ ਹੀ ਆਪਣੀ ਤੱਕ ਦੇ ਵਿੱਚ ਰੱਖਿਆ ਹੋਇਆ ਹੈ। ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਉਹ ਦਿਨ ਰਾਤ ਹਾਏ ਹਾਏ ਕਰਦਾ ਰਹਿੰਦਾ ਹੈ। ਮਾਇਆ ਦੇ ਦੁੱਖ ਵਿੱਚ ਫਸਿਆ ਰਹਿੰਦਾ ਹੈ। ਉਹ ਸਦਾ ਮਾਇਆ ਦੇ ਦੁੱਖ ਵਿੱਚ ਗਰਸਿਆ ਹੋਇਆ ਹਉਮੈ ਦੇ ਕਾਰਨ ਕ੍ਰੋਧਤਰ ਵੀ ਰਹਿੰਦਾ ਹੈ। ਉਸ ਦੀ ਸਾਰੀ ਉਮਰ ਮੇਰੀ ਮਾਇਆ ਕਰਦਿਆਂ ਲੰਘ ਜਾਂਦੀ ਹੈ। ਜਿਹੜਾ ਪ੍ਰਮਾਤਮਾ ਉਸ ਨੂੰ ਸਭ ਕੁਝ ਦੇ ਰਿਹਾ ਹੈ ਉਸ ਪ੍ਰਮਾਤਮਾ ਨੂੰ ਉਹ ਕਦੇ ਚੇਤੇ ਨਹੀਂ ਕਰਦਾ। ਆਖਰ ਜਦੋਂ ਇੱਥੋਂ ਤੁਰਦਾ ਹੈ ਤਾਂ ਪਛਤਾਉਂਦਾ ਹੈ। ਪੁੱਤਰ, ਇਸਤਰੀ ਆਦਿਕ ਹਰੀ ਨਾਮ ਤੋਂ ਬਿਨਾਂ ਕੋਈ ਵੀ ਮਨੁੱਖ ਦੇ ਨਾਲ ਨਹੀਂ ਜਾਂਦਾ। ਦੁਨੀਆ ਦੀ ਮਾਇਆ ਵੀ ਉਸ ਨੂੰ ਛਲ ਲੈਂਦੀ ਹੈ। ਹੇ ਭਾਈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਆਤਮਿਕ ਮੌਤ ਗ੍ਰਸੀ ਰੱਖਦੀ ਹੈ। ਮਾਇਆ ਦੇ ਮੋਹ ਦੇ ਕਾਰਨ ਉਸ ਨੂੰ ਸਦਾ ਦੁੱਖ ਵਿਆਪਦਾ ਹੈ। ਹੇ ਭਾਈ, ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਕਰਕੇ ਹੇ ਹਰੀ, ਜਿਸ ਮਨੁੱਖ ਨੂੰ ਤੂੰ ਆਪਣੀ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਹੇ ਭਾਈ, ਉਹ ਮਨੁੱਖ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਦਾ ਹੱਥ ਜੋੜ ਕੇ ਟਿਕਿਆ ਰਹਿੰਦਾ ਹੈ। ਉਸ ਨੂੰ ਆਪਣੇ ਮਨ ਦੇ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ। ਜਦੋਂ ਮਨੁੱਖ ਨੂੰ ਆਪਣੇ ਮਨ ਦੇ ਵਿੱਚ ਪ੍ਰਭੂ ਪਿਆਰਾ ਲੱਗਦਾ ਹੈ
ਤਦੋਂ ਪ੍ਰਭੂ ਦੀ ਰਜ਼ਾ ਦੇ ਵਿੱਚ ਉਹ ਟਿਕ ਜਾਂਦਾ ਹੈ ਤੇ ਹੁਕਮ ਮੰਨ ਕੇ ਆਤਮਿਕ ਆਨੰਦ ਮਾਣਦਾ ਹੈ। ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ। ਆਤਮਿਕ ਅਡੋਲਤਾ ਦੇ ਵਿੱਚ ਟਿਕ ਕੇ ਉਹ ਹਰੀ ਨਾਮ ਸਿਮਰਦਾ ਹੈ। ਹੇ ਨਾਨਕ, ਪਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਵਡਿਆਈ ਹੇ ਨਾਨਕ, ਪਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਵਡਿਆਈ ਮਿਲੀ ਰਹਿੰਦੀ ਹੈ। ਪ੍ਰਭੂ ਦੇ ਨਾਮ ਦਾ ਨਾਮ ਉਸ ਨੂੰ ਆਪਣੇ ਮਨ ਦੇ ਵਿੱਚ ਫਿਰ ਪਿਆਰਾ ਲੱਗਦਾ ਹੈ। ਹੇ ਹਰੀ, ਆਪਣੀ ਕਿਰਪਾ ਕਰਕੇ ਜਿਸ ਮਨੁੱਖ ਨੂੰ ਤੂੰ ਆਪਣੇ ਚਰਨਾਂ ਦੇ ਵਿੱਚ ਜੋੜ ਲੈਂਦਾ ਹੈ, ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਜਪ ਮਨ ਸਤਿਨਾਮ ਸਦਾ ਸਤਿਨਾਮ, ਜਪ ਮਨ ਸਤਿਨਾਮ ਸਦਾ ਸਤਿਨਾਮ, ਸਦਾ ਸਤਿਨਾਮ, ਸਦਾ ਸਤਿਨਾਮ, ਸਦਾ ਸਤਿਨਾਮ, ਸਦਾ ਸਤਿਨਾਮ, ਜਪ ਮਨ ਸਤਿਨਾਮ ਸਦਾ ਸਤਿਨਾਮ, ਜਪ ਮਨ ਸਤਿਨਾਮ ਸਦਾ ਸਤਿਨਾਮ। ਹਲਤ ਪਲਤ ਮੁਖ ਉਜਲ ਹੋਈ ਹੈ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਇਆ ਹਰ ਪੁਰਖ ਨਿਰੰਜਨਾ, ਨਿਤ ਧਿਆਇਆ ਹਰ ਪੁਰਖ ਨਿਰੰਜਨਾ, ਜਪ ਮਨ ਸਤਿਨਾਮ ਸਦਾ ਸਤਿਨਾਮ, ਜਪ ਮਨ ਸਤਿਨਾਮ ਸਦਾ ਸਤਿਨਾਮ, ਸਦਾ ਸਤਿਨਾਮ, ਸਦਾ ਸਤਿਨਾਮ, ਸਦਾ ਸਤਿਨਾਮ, ਸਦਾ ਸਤਿਨਾਮ, ਜਪ ਮਨ ਸਤਿਨਾਮ ਸਦਾ ਸਤਿਨਾਮ, ਜਪ ਮਨ ਸਤਿਨਾਮ ਸਦਾ ਸਤਿਨਾਮ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੈ ਵਾਸ ਹੈ ਕਾਮ ਤੇ ਨਾ,
ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਜਹ ਹਰ ਸਿਮਰਨ ਪਾਇਆ ਤਹ ਉਪਰ ਗਤ ਕੀਨੀ ਜਹ ਹਰ ਸਿਮਰਨ ਪਾਇਆ ਤਹ ਉਪਰ ਗਤ ਕੀਨੀ ਵੱਡ ਭਾਗੀ ਹਰ ਜਪਨਾ ਵੱਡ ਭਾਗੀ ਹਰ ਜਪਨਾ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਨ ਨਾਨਕ ਕਾ ਗੁਰ ਇਹ ਮਤ ਦੀਨੀ ਜਪ ਹਰ ਭਾਵ ਜਲ ਕਰਨਾ ਜਪ ਹਰ ਭਾਵ ਜਲ ਕਰਨਾ ਜਪ ਮਨ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਇ ਹਰ ਪੁਰਖ ਨਿਰੰਜਨਾ ਨਿਤ ਧਿਆਇ ਹਰ ਪੁਰਖ ਨਿਰੰਜਨਾ ਜਪ ਮਨ ਸਤਿਨਾਮ ਸਦਾ ਸਤਿਨਾਮ ਜਪ ਮਨ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ ਸਦਾ ਸਤਿਨਾਮ
ਹਾਂਜੀ, ਇਹ ਆਵਾਜ਼ ਸੀ ਭਾਈ ਸੁਰਿੰਦਰ ਸਿੰਘ ਜੀ ਯੋਧਪੁਰੀ ਤੇ ਉਹਨਾਂ ਦੇ ਜਥੇ ਦੀ, ਜਿਹੜੀ ਕਿ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ, ਜਪ ਮਨ ਸਤਨਾਮ ਸਦਾ ਸਤਨਾਮ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਤਨਾਸਰੀ ਸ਼ੰਤ ਫੋਰਥ ਮਹਿਲ, ਫਸਟ ਹਾਊਸ, one universal Creator God by the grace of the true Guru. When the dear Lord grants his grants, one meditates on the name of the Lord, meeting the true Guru. Through loving faith and devotion, one intuitively sings the glorious praises of the Lord. Singing his glorious praises continually, night and day, one blossoms forth when it is pleasing to the Lord. Egotism, self-conceit, and Maya are forsaken, and he is intuitively absorbed into the Nam. The Creator himself acts. When he gives, then we receive. When the dear Lord grants his grace, we meditate on the Nam. Deep within, I feel true love for the perfect true Guru. I serve him day and night. I never forget him. I never forget him. I remember him night and day. When I chant the Nam, then I live. With my ears I hear about him, and my mind is satisfied. As Gurmukh, I drink the ambrosial nectar. If he bestows his glance of grace, then I shall meet the true Guru. My discriminating intellect would contemplate him night and day. Deep within, I feel true love for the perfect true Guru. By great good fortune, one joins the Sadh Sangat, the true congregation. Then one comes to savor the subtle essence of the Lord. Night and day he remains lovingly focused on the Lord. He merges in celestial peace, merging in celestial peace. He becomes pleasing to the Lord's mind. He remains forever unattached and untouched. He receives honor in this world and the next. Lovingly focused on the Lord's name, he is liberated from both pleasure and pain. He is pleased by whatever God does. By great good fortune, one joins the Sat Sangat, the true congregation, and then one comes to savor the subtle essence of the Lord. In the love of duality, there is pain and suffering. The messenger of death eyes the self-willed manmukhs. They cry and howl day and night, caught by the pain of the Maya. Caught by the pain of Maya, provoked by his ego, he passes his life crying out, "Mine, mine." He does not remember God and the giver, and in the end he departs regretting and repenting. Without the name, nothing shall go along with him, not his children, spouse, or the enticement of Maya. In the love of duality, there is pain and suffering. The messenger of death eyes the self-willed manmukhs. Granting his grace, the Lord has merged me with himself. I have found the mention of the Lord's presence. I remain standing with my palms pressed together. I have become pleasing to God's mind. When one is pleasing to God's mind, then he merges
in the hukum of the Lord's command, surrendering to his hukum. He finds peace night and day. He chants the Lord's name day and night. Intuitively, naturally, he meditates on the name of the Lord. Through the Naam, the glorious greatness of the Naam is obtained. The Naam is pleasing to Nanak's mind, granting his grace. The Lord has merged me with himself. I have found the mention of the Lord's presence. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਰਾਗ ਧਨਾਸਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਸ਼ਬਦ, ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 690 ਦੇ ਅੰਗ ਤੇ ਸੁਸ਼ੋਭਿਤ ਹੈ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। तेरी भगत न छोड़ू भावे लोग हंसे, तेरी भगत न छोड़ू भावे लोग हंसे, तेरी भगत न छोड़ू भावे लोग हंसे, चरण कमल मेरे हियर बसे, चरण कमल तेरी भगत न छोड़ू भावे लोग हंसे, तेरी भगत न छोड़ू भावे लोग हंसे, चरण कमल मेरे हियर बसे, चरण कमल मेरे हियर बसे, तेरी भगत न छोड़ू भावे लोग हंसे, तेरी भगत न छोड़ू भावे लोग हंसे। साहिब संकट वै सेवक भजै, साहिब संकट वै सेवक भजै, चिरंकाल ना जीवै गो कुल लजै, चिरंकाल ना जीवै गो कुल लजै। ਵਾਹਿਗੁਰੂ ਜੀ ਕਾ ਖਾਲਸਾ। तेरी भगत न छोड़ू भावे लोग हंसे, तेरी भगत न छोड़ू भावे लोग हंसे, चरण कमल मेरे हियर बसे, चरण कमल मेरे हियर बसे, तेरी भगत न छोड़ू भावे लोग हंसे, तेरी भगत न छोड़ू भावे लोग हंसे। जैसे अपने तने परानी मरण मांडै, जैसे अपने तने परानी मरण मांडै, तैसे संत जना राम नाम न छाड़ै, तैसे संत जना राम नाम न छाड़ै, तेरी भगत न छोड़ू भावे लोग हंसे, तेरी भगत न छोड़ू भावे लोग हंसे, चरण कमल मेरे हियर बसे, चरण कमल मेरे हियर बसे, तेरी भगत न छोड़ू भावे लोग हंसे, तेरी भगत न छोड़ू भावे
गंगा गया गोदावरी संसार के कामा, गंगा गया गोदावरी संसार के कामा। नारायण सो प्रसन्न होए ता सेवक नामा, नारायण सो प्रसन्न होए ता सेवक नामा। तेरी भगत न छोड़ूं पावे लोग हंसे, तेरी भगत न छोड़ूं पावे लोग हंसे। चरण कमल मेरे हियर बसे, चरण कमल मेरे हियर बसे। तेरी भगत न छोड़ूं पावे लोग हंसे, तेरी भगत न छोड़ूं पावे लोग हंसे। गंगा गया गोदावरी संसार के कामा, गंगा गया गोदावरी संसार के कामा। नारायण सो प्रसन्न होए ता सेवक नामा, नारायण सो प्रसन्न होए ता सेवक नामा। तेरी भगत न छोड़ूं पावे लोग हंसे, तेरी भगत न छोड़ूं पावे लोग हंसे। चरण कमल मेरे हियर बसे, चरण कमल मेरे हियर बसे। तेरी भगत न छोड़ूं पावे लोग हंसे, तेरी भगत न छोड़ूं पावे लोग हंसे। तेरी भगत न छोड़ूं पावे लोग हंसे। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਨ ਕੀਤਾ ਹੈ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਲੇਖ ਤੇ ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਜੀਵਨ ਦੇ ਨਾਲ ਸੰਬੰਧਿਤ ਕੁਝ ਕੁ ਵਿਚਾਰਾਂ, ਜਿਹੜੀਆਂ ਕਿ ਸੰਤ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਉਹਨਾਂ ਦੇ ਸ਼ਬਦ ਨੇ, ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸਭ ਤੋਂ ਪਹਿਲਾਂ ਤੇ ਉਹਨਾਂ ਦਾ ਜੀਵਨ ਬਿਉਰਾ, ਜਿਹੜਾ ਕਿ ਸੰਖੇਪ ਦੇ ਵਿੱਚ ਉਹਨਾਂ ਬਾਰੇ ਜਾਣਕਾਰੀ ਉਹ ਇਸ ਤਰ੍ਹਾਂ ਹੈ ਕਿ ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਜਿਹੜਾ ਜਨਮ ਹੈ, ਇਹ ਖਿਆਲ ਕੀਤਾ ਜਾਂਦਾ ਹੈ ਕਿ 1398 ਈਸਵੀ ਦੇ ਵਿੱਚ ਹੋਇਆ ਤੇ ਜਨਮ ਸਥਾਨ ਕਾਂਚੀ ਬਨਾਰਸ ਨੇੜੇ ਲਹਿਰ ਤਲਾਓ ਜਿਹੜੀ ਜਗ੍ਹਾ ਹੈ ਉੱਥੇ। ਤੇ ਪਿਤਾ ਜੀ ਦਾ ਨਾਮ ਨੀਰੂ ਅਲੀ ਜੀ ਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਨੀਮਾ ਜੀ ਤੇ ਉਹਨਾਂ ਦੀ ਪਤਨੀ ਦਾ ਨਾਮ ਮਾਤਾ ਲੋਈ ਜੀ। ਉਹਨਾਂ ਦੀ ਸੰਤਾਨ ਕਮਾਲਾ ਜੀ ਪੁੱਤਰ ਤੇ ਕਮਾਲੀ ਜੀ ਪੁੱਤਰੀ। ਤੇ ਆਪ ਨੇ ਗੁਰੂ ਦੀਖਿਆ ਭਗਤ ਰਾਮਾਨੰਦ ਜੀ ਪਾਸੋਂ ਲਈ ਤੇ ਆਪ ਦਾ ਕਿੱਤਾ ਜਿਹੜਾ ਸੀ ਉਹ ਕੱਪੜੇ ਬੁਣਨਾ ਸੀਗਾ। ਤੇ ਉਸ ਸਮੇਂ ਜਿਹੜਾ ਸਿਕੰਦਰ ਲੋਧੀ ਉਹਦਾ ਰਾਜ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ 17 ਰਾਗਾਂ ਦੇ ਵਿੱਚ ਆਪ ਜੀ ਦੇ 541 ਸ਼ਬਦ ਤੇ ਸਲੋਕ ਹਨ। ਇਸ ਬਾਣੀ ਦੇ ਵਿੱਚ 6 ਸਲੋਕ ਸਤਿਗੁਰੂ ਜੀ ਦੇ ਉਚਾਰਨ ਕੀਤੇ ਹੋਏ ਵੀ ਜਿਹੜੇ ਹੈ ਉਹ ਗਿਣੇ ਗਏ ਨੇ। ਤੇ ਖਾਸ ਸਥਾਨ ਆਪ ਜੀ ਦਾ ਹੈ ਕਬੀਰ ਚੌਰਾ ਕਾਂਚੀ ਵਿਖੇ। ਆਪ ਜੀ 1518 ਈਸਵੀ ਦੇ ਵਿੱਚ ਹੜੰਬੇ, ਜਿਸ ਨੂੰ ਮਗਹਰ ਵੀ ਕਿਹਾ ਜਾਂਦਾ ਹੈ, ਗੋਰਖਪੁਰ ਤੋਂ ਪੱਛਮ ਵੱਲ 15 ਮੀਲ ਤੇ ਪ੍ਰਾਂਤ ਉੱਤਰ ਪ੍ਰਦੇਸ਼ ਦੇ ਵਿੱਚ ਆਪ ਜੀ ਨੇ ਪਰਲੋਕ ਗਮਨ ਕੀਤਾ। ਇਸ ਹਿਸਾਬ ਦੇ ਨਾਲ ਆਪ ਜੀ ਦੀ ਉਮਰ 120 ਸਾਲ ਬਣਦੀ ਹੈ। ਆਪ ਦਾ ਮੁੱਖ ਉਪਦੇਸ਼ ਸਾਰਾ ਸੰਸਾਰ ਇੱਕ ਪ੍ਰਭੂ ਦੀ ਕਿਰਤ ਹੈ,
ਤੇ ਇੱਕ ਦਾ ਹੀ ਰੂਪ ਹੈ। ਊਚ ਨੀਚ ਦਾ ਵਿਤਕਰਾ ਮਨੁੱਖ ਦੀ ਪੈਦਾਇਸ਼ ਹੈ, ਜੋ ਪ੍ਰਮਾਤਮਾ ਤੋਂ ਵੀ ਵਿੱਥ ਪਾਉਂਦਾ ਹੈ। ਪ੍ਰਭੂ ਕਿਸੇ ਦਾ ਜਰ ਖਰੀਦ ਨਹੀਂ, ਪਰਮਾਤਮਾ ਦੇ ਨਾਲ ਪਿਆਰ ਕਰਕੇ ਨਾਮ ਜਪ ਕੇ ਜੁੜਿਆ ਜਾ ਸਕਦਾ ਹੈ। ਪ੍ਰਭੂ ਨਾਲ ਜੁੜਿਆ ਮਨੁੱਖ ਮੌਤ ਤੋਂ ਨਿਰਭਉ ਹੋ ਜਾਂਦਾ ਹੈ ਅਤੇ ਪੁਕਾਰ ਕੇ ਕਹਿ ਦਿੰਦਾ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ। ਤੇ ਉਹ ਕਬੀਰ ਮੋਹਿ ਮਰਨੇ ਕਾ ਚਾਉ ਹੈ ਦੇ ਸੋਹਲੇ ਗਾਉਣ ਲੱਗ ਪੈਂਦਾ ਹੈ। ਇਹ ਅਵਸਥਾ ਮਿਲਦੀ ਹੈ ਪ੍ਰਭੂ ਦੇ ਗੁਣ ਗਾਉਣ ਦੇ ਨਾਲ। ਤੇ ਫਿਰ ਹੁੰਦਾ ਹੈ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਸੋ ਇਹ ਸੀ ਸੰਖੇਪ ਜੀਵਨ ਬਿਉਰਾ ਭਗਤ ਕਬੀਰ ਜੀ ਦਾ। ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਡਿਟੇਲ ਦੇ ਵਿੱਚ ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਜੀਵਨ ਨਾਲ ਸੰਬੰਧਿਤ, ਉਹਨਾਂ ਦੇ ਦੀ ਬਾਣੀ ਦੇ ਨਾਲ ਸੰਬੰਧਿਤ ਜਿਹੜੇ ਸ਼ਬਦ ਸੰਤ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਨੇ ਲਿਖੇ ਨੇ, ਉਹ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਕਬੀਰ ਰੂੜਾ ਹੋਏ ਰੋ बाट का, कबीर रोड़ा होए रो बाट का, कबीर रोड़ा होए रो बाट का, तज मन का अभिमान, रूड़ा होए रो बाट का, कबीर कोई दास होए, ताहे मिले भगवान, रूड़ा होए रो बाट का, कबीर रूड़ा होए रो बाट का, तज मन का अभिमान, रूड़ा होए रो बाट का, कबीर रूड़ा होए रो बाट का। कबीर रोड़ा हुआ ता क्या भया, पंथी को दुख दे, कबीर रोड़ा हुआ ता क्या भया, पंथी को दुख दे, ऐसा तेरा दास है, ऐसा तेरा दास है, जो तरनी में रूड़ा होए रो बाट का, कबीर रूड़ा होए रो बाट
तज मन का अभिमान रूड़ा होए रो बाट का कबीर रूड़ा होए रो बाट का कबीर पानी हुआ ता क्या भया सीरा ताता होए कबीर पानी हुआ ता क्या भया सीरा ताता होए हर जन ऐसा चाहिए हर जन ऐसा चाहिए जैसा हर की होए रूड़ा होए रो बाट का कबीर रूड़ा होए रो बाट का तज मन का अभिमान रूड़ा होए रो बाट का कबीर रूड़ा होए रो बाट का ऐसा कोई दास होए ऐसा कोई दास होए ताहे मिले भगवान रूड़ा होए रो बाट का कबीर रूड़ा होए रो बाट का तज मन का अभिमान रूड़ा होए रो बाट का कबीर रूड़ा होए रो बाट का कबीर रूड़ा होए रो बाट का ਹਾਂਜੀ, ਇਹ ਸਨ ਭਾਈ ਸੁਰਿੰਦਰ ਸਿੰਘ ਜੀ ਮਠਾਰੂ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਓ ਚੱਲਦੇ ਹਾਂ ਹੁਣ ਭਗਤ ਕਬੀਰ ਜੀ ਮਹਾਰਾਜ ਉਹਨਾਂ ਦਾ ਜਿਹੜਾ ਜੀਵਨ ਨਾਲ ਸੰਬੰਧਿਤ ਜਿਹੜੇ ਸ਼ਬਦ ਸੰਤ ਸੇਵਾ ਸਿੰਘ ਜੀ ਨੇ ਲਿਖੇ ਨੇ, ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਸੰਤ ਜੀ ਲਿਖਦੇ ਨੇ ਕਿ ਬਾਬਾ ਕਬੀਰ ਜੀ ਦਾ ਜਨਮ 1398 ਈਸਵੀ ਦੇ ਵਿੱਚ ਕਾਂਸ਼ੀ, ਜਿਹੜੇ ਨੂੰ ਕਿ ਬਨਾਰਸ ਵੀ ਕਹਿੰਦੇ ਨੇ, ਉਹਦੇ ਨੇੜੇ ਲਹਿਰ ਤਲਾਓ ਇਹ ਜਿਹੜੀ ਜਗ੍ਹਾ ਹੈ ਉੱਥੇ ਹੋਇਆ। ਆਪ ਜੀ ਦੀ ਪਾਲਣਾ ਆਪ ਜੀ ਦੇ ਪਿਤਾ ਨੀਰੂ ਅਲੀ ਤੇ ਸ਼੍ਰੀਮਤੀ ਨੀਮਾ ਜੀ ਨੇ ਬੜੇ ਪਿਆਰ ਦੇ ਨਾਲ ਕੀਤੀ। ਆਪ ਜੀ ਧੁਰੋਂ ਪਰਮੇਸ਼ਰ ਵੱਲੋਂ ਜੀਵਾਂ ਨੂੰ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਦੀ ਕਾਰ ਕਰਨ ਵਾਸਤੇ ਭੇਜੇ ਗਏ ਸਨ। ਆਪ ਜੀ ਦਾ ਆਗਮਨ ਉਸ ਸਮੇਂ ਹੋਇਆ ਜਿਸ ਸਮੇਂ ਮੁਸਲਮਾਨੀ ਅਤਿਆਚਾਰ ਸਿਖਰਾਂ ਉੱਤੇ ਸੀ ਤੇ ਬ੍ਰਾਹਮਣੀ ਮੱਤ ਦੇ ਅਧੀਨ ਲੁਕਾਈ ਫੋਕਟ ਕਰਮਾਂ ਕਾਂਡਾਂ ਦੀ ਡੂੰਘੀ ਜਿੱਲਣ ਦੇ ਵਿੱਚ ਫਸੀ ਹੋਈ ਸੀ। ਮਨੁੱਖ ਦਾ ਪਰਛਾਵਾਂ ਪੈਣ ਤੇ ਵੀ ਪਿੱਟਿਆ ਜਾਂਦਾ ਸੀ। ਕਈਆਂ ਜਗ੍ਹਾ ਤੇ ਅੱਜ ਵੀ ਇਹ ਚੱਲਦਾ ਹੈ ਵਰਤਾਰਾ। ਆਪ ਜੀ ਦੇ ਪਿਤਾ ਜੀ ਨੇ ਕਾਜੀ ਤੇ ਮੌਲਵੀ ਪਾਸ ਆਪ ਨੂੰ ਪੜ੍ਹਨ ਵਾਸਤੇ ਭੇਜਿਆ। ਮੌਲਵੀ ਆਪ ਨੂੰ ਮੁਸਲਮਾਨੀ ਸ਼ਰ੍ਹਾ ਅਨੁਸਾਰ ਚੱਲਦਾ ਵੇਖਣਾ ਚਾਹੁੰਦਾ ਸੀ, ਪਰ ਭਗਤ ਕਬੀਰ ਜੀ ਦੀ ਨਿਗਾਹ ਦੇ ਵਿੱਚ ਭਾਵੇਂ ਅੱਲਾ ਤੇ ਰਾਮ ਉਹਦੇ ਵਿੱਚ ਕੋਈ ਫਰਕ ਨਹੀਂ ਸੀ। ਸੋ ਆਪ ਦੀ ਰੁਚੀ ਮੁੱਢ ਤੋਂ ਹੀ ਰਾਮ ਦੇ ਜਾਪ ਵਿੱਚ ਜ਼ਿਆਦਾ ਸੀ। ਆਪ ਜੀ ਆਪਣੀ ਮੌਜ ਦੇ ਵਿੱਚ ਕਦੇ ਅੱਲਾ ਕਦੇ ਰਾਮ ਕਹਿੰਦੇ, ਪਰ ਮੁਸਲਮਾਨ ਇਸ ਸਮਦ੍ਰਿਸ਼ਟੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਬ੍ਰਾਹਮਣ ਆਪ ਜੀ ਨੂੰ ਮੁਸਲਮਾਨ ਹੋਣ ਕਰਕੇ ਨਫ਼ਰਤ ਕਰਦੇ ਸਨ। ਆਪ ਜੀ ਥੋੜੇ ਵੱਡੇ ਹੋਏ। ਆਪ ਜੀ ਦਾ ਵਿਆਹ ਬਾਬਾ ਨੇਤੀ ਜੀ ਦੀ ਪੁੱਤਰੀ ਮਾਤਾ ਲੋਈ ਜੀ ਦੇ ਨਾਲ ਹੋ ਗਿਆ। ਮਾਤਾ ਲੋਈ ਜੀ ਬੜੇ ਨੇਕ ਤੇ ਸੀਲ ਸੁਭਾਅ ਤੇ ਪਰਮੇਸ਼ਰ ਦੇ ਭੈ ਭਾਵਨੀ ਵਾਲੇ ਸਨ। ਬਾਬਾ ਕਬੀਰ ਜੀ ਆਪਣੇ ਪਿਤਾ ਜੀ ਦੇ ਨਾਲ ਕੱਪੜਾ ਬੁਣਨ ਦੀ ਕਾਰ ਵਿਹਾਰ ਵਿੱਚ ਲੱਗ ਗਏ।
ਬੜੀ ਤਨਦੇਹੀ ਦੇ ਨਾਲ ਪਰਿਵਾਰ ਦਾ ਰੁਜ਼ਗਾਰ ਵਾਸਤੇ ਆਪ ਜੀ ਹੱਥਾਂ ਪੈਰਾਂ ਦੇ ਨਾਲ ਕਾਰ ਕਰਦੇ ਤੇ ਮਨ ਦੇ ਵਿੱਚ ਨਿਰੰਕਾਰ ਦਾ ਸਿਮਰਨ ਕਰਦੇ ਹਰ ਵੇਲੇ। ਸਮਾਂ ਪਾ ਕੇ ਆਪ ਜੀ ਦੇ ਘਰ 2 ਬੱਚੇ ਪੈਦਾ ਹੋਏ। ਆਪ ਜੀ ਦੇ ਪੁੱਤਰ ਦਾ ਨਾਮ ਕਮਾਲਾ ਤੇ ਪੁੱਤਰੀ ਦਾ ਨਾਮ ਕਮਾਲੀ ਰੱਖਿਆ ਗਿਆ। ਆਪ ਜੀ ਭਾਵੇਂ ਹਰ ਸਮੇਂ ਰਾਮ ਨਾਮ ਦਾ ਸਿਮਰਨ ਕਰਦੇ ਰਹਿੰਦੇ, ਪਰ ਮਨ ਵਿੱਚ ਪ੍ਰਭੂ ਦੀ ਪ੍ਰਾਪਤੀ ਦੀ ਲਾਲਸਾ ਅਧੀਨ ਗੁਰੂ ਵਾਲੇ ਬਣਨ ਦੀ ਅਤ ਆਕਾਂਖਿਆ ਸੀ। ਉਸ ਸਮੇਂ ਛੂਤ-ਛਾਤ, ਜਾਤ-ਪਾਤ ਦੀ ਬਿਮਾਰੀ ਸਿਖਰਾਂ ਤੇ ਸੀ। ਉਸ ਸਮੇਂ ਰਾਮਾਨੰਦ ਜੀ ਬੜੇ ਕਰਨੀ ਵਾਲੇ ਮਹਾਂਪੁਰਖ ਸਨ। ਆਪ ਜੀ ਦੀ ਲਾਲਸਾ ਰਾਮਾਨੰਦ ਜੀ ਨੂੰ ਗੁਰੂ ਧਾਰਨ ਦੀ ਸੀ। ਇਸ ਵਿਚਾਰ ਅਧੀਨ ਕਿ ਮੈਨੂੰ ਨੀਵੀਂ ਜਾਤ ਦਾ ਜਾਣ ਕੇ ਸ਼ਾਇਦ ਭਗਤ ਰਾਮਾਨੰਦ ਜੀ ਆਪਣਾ ਸ਼ਿਸ਼ ਨਾ ਬਣਾਉਣ, ਆਪ ਜੀ ਨੇ ਉਹਨਾਂ ਦੀ ਚਰਨ ਛੋਹ ਪ੍ਰਾਪਤ ਕਰਨ ਦੇ ਲਈ ਮੂੰਹ ਹਨੇਰੇ ਤੜਕੇ ਮਨੀਕਰਨ ਘਾਟ, ਜਿੱਥੇ ਕਿ ਰਾਮਾਨੰਦ ਜੀ ਹਰ ਰੋਜ਼ ਨੇਮ ਦੇ ਨਾਲ ਇਸ਼ਨਾਨ ਕਰਿਆ ਕਰਦੇ ਸਨ, ਜਾ ਲੰਮੇ ਪਏ। ਆਪਣੇ ਨਿਯਮ ਅਨੁਸਾਰ ਜਦ ਰਾਮਾਨੰਦ ਜੀ ਇਸ਼ਨਾਨ ਕਰਨ ਲਈ ਘਾਟ ਤੇ ਆ ਰਹੇ ਸਨ ਤੇ ਆਪ ਜੀ ਦਾ ਪੈਰ ਕਬੀਰ ਜੀ ਨੂੰ ਵੱਜਾ। ਆਪ ਨੇ ਮਹਿਸੂਸ ਕੀਤਾ ਕਿ ਕੋਈ ਮਨੁੱਖ ਸੁੱਤਾ ਪਿਆ ਹੈ। ਰਾਮਾਨੰਦ ਜੀ ਨੇ ਸੁਭਾਵਿਕ ਸੰਬੋਧਕੀ ਸ਼ਬਦ ਉਚਾਰੇ, ਉੱਠ ਰਾਮ ਕੇ ਰਾਮ ਕਹੋ, ਅੰਮ੍ਰਿਤ ਵੇਲਾ ਹੋ ਗਿਆ ਹੈ, ਕਿਉਂ ਗਫਲਤ ਵਿੱਚ ਸੁੱਤਾ ਪਿਆ ਹੈ। ਆਪ ਜੀ ਨੇ ਉੱਠ ਕੇ ਰਾਮਾਨੰਦ ਜੀ ਨੂੰ ਨਮਸਕਾਰ ਕੀਤੀ ਤੇ ਵਾਪਸ ਘਰ ਨੂੰ ਆ ਗਏ। ਗੁਰੂ ਦੀ ਚਰਨ ਛੋਹ ਦੇ ਨਾਲ ਰੋਮ ਰੋਮ ਵਿੱਚ ਰਾਮ ਦਾ ਜਾਪ ਆਰੰਭ ਹੋ ਗਿਆ। ਭਾਈ ਗੁਰਦਾਸ ਜੀ ਨੇ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ। ਹੋਏ ਬਿਰਖਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਥਾਈਂ, ਪੈਰੀਂ ਟੁੰਬ ਉਠਾ ਲਿਆ ਬੋਲਹੁ ਰਾਮ ਸਿੱਖ ਸਮਝਾਈ, ਜਿਉਂ ਲੋਹਾ ਪਾਰਸ ਛੂਹੈ ਚੰਦਨ ਬਾਸ ਨਿੰਮ ਮਹਿਕਾਈ, ਪਸ਼ੂ ਪ੍ਰੇਤ ਹੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ, ਅਚਰਜ ਨੂੰ ਅਚਰਜ ਮਿਲੇ ਬਿਸਮਾਦੈ ਬਿਸਮਾਦ ਮਿਲਾਈ, ਝਰਣਾ ਝਰਦਾ ਨਿਝਰਹੂੰ ਗੁਰਮੁਖ ਬਾਣੀ ਅਕੜ ਕਢਾਈ, ਰਾਮ ਕਬੀਰੈ ਭੇਦ ਨ ਪਾਈ। ਵਾਰ 10ਵੀਂ ਪੌੜੀ 15ਵੀਂ। ਨਾਮ ਸਿਮਰਨ ਦੀ ਲਗਾਤਾਰੀ ਰੌਂ ਇਤਨੀ ਪ੍ਰਬਲ ਚੱਲ ਪਈ ਕਿ ਇੱਕ ਖਿਣ ਮਾਤਰ ਵੀ ਆਪ ਉਸ ਨੂੰ ਛੱਡਣਾ ਨਹੀਂ ਸੀ ਚਾਹੁੰਦੇ। ਕਈ ਵਾਰੀ ਆਪ ਜੀ ਕਾਰ ਵਿਹਾਰ ਹੀ ਛੱਡ ਦਿੰਦੇ। ਜਦੋਂ ਪਰਿਵਾਰ ਪੁੱਛਦਾ ਕਿ ਤੁਸੀਂ ਕੰਮ ਕਿਉਂ ਛੱਡਿਆ ਹੈ, ਆਪ ਉੱਤਰ ਦਿੰਦੇ, ਜਿਸ ਕੰਮ ਕਰਨ ਦੇ ਨਾਲ ਮੈਨੂੰ ਰੰਚਕ ਮਾਤਰ ਵੀ ਪ੍ਰਭੂ ਦਾ ਨਾਮ ਭੁੱਲ ਜਾਵੇ, ਮੈਂ ਉਸ ਕੰਮ ਨੂੰ ਕਰਨ ਦੇ ਲਈ ਕਦੀ ਵੀ ਤਿਆਰ ਨਹੀਂ। ਬੁਣਨ ਦੇ ਕੰਮ ਦੇ ਵਿੱਚ ਧਾਗਾ ਬਾਰ-ਬਾਰ ਟੁੱਟਦਾ ਹੈ। ਜਦੋਂ ਨਲੀ ਦੇ ਵਿੱਚ ਮੈਂ ਫੂਕ ਮਾਰ ਕੇ ਧਾਗਾ ਪਾਉਂਦਾ ਹਾਂ ਤਾਂ ਮੇਰਾ ਧਿਆਨ ਪਰਮੇਸ਼ਰ ਦੇ ਨਾਮ ਦੇ ਨਾਲੋਂ ਟੁੱਟ ਜਾਂਦਾ ਹੈ। ਆਪ ਜੀ ਨੇ ਆਪਣੀ ਹੱਡ ਬੀਤੀ ਰਾਗ ਗੂਜਰੀ ਦੇ ਵਿੱਚ ਇਸ ਤਰ੍ਹਾਂ ਬਿਆਨ ਕੀਤੀ ਹੈ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵਹੁ ਰਘੁਰਾਈ, ਤਨਨਾ ਬੁਣਨਾ ਸਭ ਤਜਿਓ ਹੈ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ ਰਹਾਓ, ਜਬ ਲਗ ਤਾਗਾ ਬਾਹੋ ਵੇਹੀ, ਤਬ ਲਗ ਵਿਸਰੈ ਰਾਮ ਸਨੇਹੀ। ਗੂਜਰੀ ਘਰ ਤੀਜਾ ਕਬੀਰ ਜੀ ਅੰਗ 524। ਜੋ ਵੀ ਆਪ ਜੀ ਦੇ ਪਾਸ ਆਉਂਦਾ, ਆਪ ਜੀ ਬਿਨਾਂ ਵਿਕਤਰੇ ਉਸ ਨੂੰ ਪ੍ਰਭੂ ਪ੍ਰਾਪਤੀ ਦਾ ਉਪਦੇਸ਼ ਦਿੰਦੇ, ਕਿਉਂਕਿ ਆਪ ਜੀ ਨੂੰ ਸਮਬਿਰਤੀ ਪ੍ਰਾਪਤ ਹੋ ਚੁੱਕੀ ਸੀ। ਆਪ ਜੀ ਦਾ ਫਰਮਾਨ ਸੀ ਕਿ ਸਾਰੀ ਲੋਕਾਈ ਇੱਕ ਅਕਾਲ ਪੁਰਖ ਦੀ ਪੈਦਾਇਸ਼ ਹੈ। ਹਰੇਕ ਜੀਵ ਨੂੰ 5 ਤੱਤਾਂ ਦੀ ਮਿੱਟੀ ਲੱਗੀ ਹੋਈ ਹੈ। ਸਾਰਿਆਂ ਵਿੱਚ ਇੱਕ ਪਰਮਾਤਮਾ ਦਾ ਨੂਰ ਹੀ ਜਲਵੇ ਮਾਰ ਰਿਹਾ ਹੈ। ਊਚ ਨੀਚ ਦੀਆਂ ਵੰਡੀਆਂ ਕੇਵਲ ਮਨੁੱਖਾਂ ਨੇ ਆਪਣੇ ਸੌੜੇ ਹਿੱਤਾਂ ਲਈ ਪਾਈਆਂ ਹੋਈਆਂ ਨੇ। ਜਦੋਂ ਕੋਈ ਆਪ ਜੀ ਨੂੰ ਪੁੱਛਦਾ ਕਿ ਤੁਸੀਂ ਜਾਤ ਵਰਨ ਸਭ ਇੱਕ ਕਰ ਦਿੱਤਾ ਹੈ, ਤਾਂ ਆਪ ਜੀ ਉਸ ਨੂੰ ਸਮਝਾਉਂਦੇ ਕਿ ਸਾਰਾ ਪਸਾਰਾ ਇੱਕ ਦਾ ਹੀ ਹੈ। ਤੁਹਾਨੂੰ ਐਵੇਂ ਭਰਮ ਭੁਲੇਖਾ ਪਿਆ ਹੋਇਆ ਹੈ। ਅਸਲੀਅਤ ਇਹ ਹੈ, ਅੱਬਲ ਅੱਲ੍ਹ ਨੂਰ ਅਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਲੋਗਾ ਭਰਮ ਨ ਭੂਲਹੁ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬ ਠਾਈ ਰਹਾਓ। ਮਾਟੀ ਏਕ ਭਾਂਤ ਕਰ ਸਾਜੀ ਸਾਜਨ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੰਬਾਰੇ। ਪ੍ਰਭਾਤੀ ਕਬੀਰ ਜੀ ਅੰਗ 1349 ਤੇ 50। ਅਖੌਤੀ ਜਾਨ ਅਭਿਮਾਨੀਆਂ ਨੇ ਉੱਤੇ ਚੋਟ ਕਰਦੇ ਆਪ ਜੀ ਉਹਨਾਂ ਨੂੰ ਨਿਰਉੱਤਰ ਕਰ ਦਿੰਦੇ ਕਿ ਪਰਮਾਤਮਾ ਨੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ। ਜਿਵੇਂ ਬ੍ਰਾਹਮਣ ਮਾਤਾ ਦੇ ਉਦਰ ਵਿੱਚੋਂ ਜਨਮ ਲੈਂਦਾ ਹੈ, ਉਸੇ ਤਰ੍ਹਾਂ ਹੀ ਸ਼ੂਦਰ ਸੰਸਾਰ ਵਿੱਚ ਜਨਮ ਲੈਂਦਾ ਹੈ। ਤਾਂ ਫਿਰ ਫਰਕ ਕਿਸ ਗੱਲ ਦਾ? ਆਪ ਜੀ ਰਾਗ ਗੌੜੀ ਦੇ ਵਿੱਚ ਫਰਮਾਉਂਦੇ ਨੇ, ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਹੇ ਬ੍ਰਾਹਮਣ, ਜੇ ਪ੍ਰਮਾਤਮਾ ਊਚ ਨੀਚ ਦਾ ਫਰਕ ਕਰਦਾ ਹੁੰਦਾ, ਫਿਰ ਬ੍ਰਾਹਮਣ ਦੀਆਂ ਨਾੜੀਆਂ ਦੇ ਵਿੱਚ ਖੂਨ ਦੀ ਥਾਂ ਦੁੱਧ ਹਰਕਤ ਕਰਨਾ ਚਾਹੀਦਾ ਸੀ, ਪਰ ਐਸਾ ਨਹੀਂ ਹੈ। ਆਪ ਜੀ ਨੇ ਫਰਮਾਇਆ, ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਗੌੜੀ ਕਬੀਰ ਜੀ ਅੰਗ 324। ਆਪ ਜੀ ਦੀਆਂ ਸੱਚੀਆਂ ਅਕੱਟ ਦਲੀਲਾਂ ਅੱਗੇ ਬ੍ਰਾਹਮਣ ਨਿਰਉੱਤਰ ਹੋ ਜਾਂਦੇ, ਪਰ ਆਪ ਜੀ ਨਾਲੋਂ ਅੰਦਰੋਂ ਬਹੁਤ ਈਰਖਾ ਕਰਦੇ। ਬਾਬਾ ਕਬੀਰ ਜੀ ਬ੍ਰਾਹਮਣਾਂ ਦੀਆਂ ਬਣਾਈਆਂ ਹੋਈਆਂ ਗਲਤ ਮਨੌਤਾਂ ਦਾ ਹਮੇਸ਼ਾ ਖੰਡਨ ਕਰਦੇ ਰਹਿੰਦੇ। ਆਪ ਜੀ ਦਾ ਸਿਧਾਂਤ ਸੀ ਕਿ ਨਾਮ ਜਪ ਕੇ ਮਨ ਪਵਿੱਤਰ ਹੁੰਦਾ ਹੈ, ਨਾ ਕਿ ਤੀਰਥਾਂ ਦੇ ਪਾਣੀ ਨਾਲ। ਪਾਣੀ ਦੇ ਇਸ਼ਨਾਨ ਨਾਲ ਸਰੀਰ ਤਾਂ ਜ਼ਰੂਰ ਅਸਵੱਛ ਹੋ ਜਾਂਦਾ ਹੈ, ਪਰ ਮਨ ਨਹੀਂ। ਮਨ ਪਵਿੱਤਰ ਕੇਵਲ ਨਿਰਮਲ ਕਰਮਾਂ ਤੇ ਪ੍ਰਭੂ ਬੰਦਗੀ ਦੇ ਨਾਲ ਹੁੰਦਾ ਹੈ। ਆਪ ਜੀ ਨੇ ਰਾਗ ਸੋਠ ਦੇ ਵਿੱਚ ਫਰਮਾਇਆ, ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਪੀਤਰ ਹੈ ਮਲਨਾ ਰਹਾਉ। ਲੌਕੀ 8 ਤੀਰਥ ਨਹਾਈ, ਕਉਰਾ ਪਨ ਤਉ ਨ ਜਾਈ। ਆਪ ਜੀ ਦੇ ਭਜਨ ਪ੍ਰਤਾਪ ਸਦਕਾ ਸਾਧੂ ਮਹਾਤਮਾ ਦਾ ਆਪ ਜੀ ਦੇ ਦਰਸ਼ਨਾਂ ਲਈ ਤਾਤਾ ਬੱਝਾ ਰਹਿੰਦਾ। ਆਪ ਜੀ ਪਾਸ ਇੰਨੀ ਸੰਗਤ ਆਉਂਦੀ ਕਿ ਪਰਿਵਾਰਕ ਗਿਲੇ ਆਪ ਜੀ ਨੂੰ ਹਮੇਸ਼ਾ ਸਹਿਣ ਕਰਨੇ ਪੈਂਦੇ। ਇੱਕ ਦੋਏ ਮੰਦਰ ਇੱਕ ਦੋਏ ਬਾਟ, ਹਮ ਕੋ ਸਾਥਰ ਉਨ ਕੋ ਖਾਟ, ਮੂਡ ਪਲੋਸ ਕਮਰ ਬਦ ਪੋਥੀ, ਹਮ ਕੋ ਚਾਬਨ ਉਨ ਕੋ ਰੋਟੀ। ਸੋ ਜਿਹੜੇ ਵੀ ਘਰ ਆਉਂਦੇ ਸਨ, ਉਹਨਾਂ ਨੂੰ ਵਧੀਆ ਖਾਣਾ, ਉਹਨਾਂ ਨੂੰ ਮੰਜਾ ਮਿਲਦਾ ਸੀ, ਤੇ ਪਰਿਵਾਰ ਜਿਹੜਾ ਹੈ ਉਹ ਆਪ ਇਸ ਸੇਵਾ ਦੇ ਵਿੱਚ ਉਹਨਾਂ ਨੂੰ ਜਿਹੜਾ ਹੈ ਸਹਿਣ ਕਰਨਾ ਪੈਂਦਾ ਸੀ, ਭੁੰਜੇ ਸੌਣਾ ਪੈਂਦਾ ਸੀ। ਕਈ ਵਾਰੀ ਜਿਹੜਾ ਹੈ ਖਾਣੇ ਦੀ ਵੀ ਜਿਹੜੀ ਪ੍ਰੋਬਲਮ ਆਉਂਦੀ ਸੀ। ਸੋ ਜੋ ਵੀ ਘਰ ਦੇ ਵਿੱਚ ਹੁੰਦਾ, ਆਪ ਸਾਰਾ ਲੋੜਵੰਦ ਦੇ ਵਿੱਚ ਵੰਡ ਦਿੰਦੇ। ਸਮੇਂ ਈਰਖਾਲੂ ਬ੍ਰਾਹਮਣਾਂ ਨੇ ਆਪ ਜੀ ਨੂੰ ਨੀਚਾ ਦਿਖਾਉਣ ਲਈ ਕਈ ષੜਯੰਤਰ ਰਚੇ, ਪਰ ਹਰ ਸਮੇਂ ਪਰਮੇਸ਼ਰ ਨੇ ਆਪ ਪ੍ਰਤੱਖ ਵਰਤ ਕੇ ਆਪ ਜੀ ਦਾ ਮਾਣ ਸਤਿਕਾਰ ਹੋਰ ਵੀ ਵਧਾਇਆ। ਤਦ ਹੀ ਆਪ ਜੀ ਨੇ ਆਪਣੀ ਬਾਣੀ ਦੇ ਵਿੱਚ ਫਰਮਾਨ ਕੀਤਾ ਹੈ, ਕਬੀਰ ਨਾ ਹਮ ਕੀਆ ਨਾ ਕਰਹਿੰਗੇ, ਨਾ ਕਰ ਸਕੈ ਸਰੀਰ, ਕਿਆ ਜਾਨੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਸ਼ਲੋਕ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1300 ਸਟਾਰਟ। ਜਿੱਥੇ ਆਪ ਜੀ ਬ੍ਰਾਹਮਣਾਂ ਦੇ ਫੋਕਟ ਕਰਮ ਕਾਂਡਾਂ ਦਾ ਪਾਜ ਬੜੀ ਦਲੇਰੀ ਦੇ ਨਾਲ ਅਗੇੜਦੇ ਸਨ, ਉੱਥੇ ਮੁਸਲਮਾਨੀ ਸ਼ਰੀਅਤ ਦੇ ਵੀ ਆਪ ਰੱਜ ਕੇ ਉਲਟ ਸਨ। ਆਪ ਜੀ ਦੀ ਸਾਬਤ ਸੂਰਤ ਦਸਤਾਰ ਸਿਰਾਂ ਦੇ ਅਲੰਬਰਦਾਰ ਸਨ। ਆਪ ਜੋ ਪਰਮੇਸ਼ਰ ਨੇ ਸਰੀਰ ਦੀ ਬਣਤ ਬਣਾਈ ਹੈ, ਉਸ ਵਿੱਚ ਵਾਧਾ ਘਾਟਾ ਕਰਨ ਨੂੰ ਆਪ ਜੀ ਨੇ ਪਰਮਾਤਮਾ ਦੇ ਉਸ ਲਾਅ ਜਾਂ ਉਸ ਜਿਹੜਾ ਹੈ ਜੋ ਉਹਦਾ ਵਿਧਾਨ ਹੈ, ਉਹਦੀ ਅਵੱਗਿਆ ਆਪ ਨੇ ਮੰਨਿਆ ਹੈ। ਤਦ ਹੀ ਮੁਸਲਮਾਨਾਂ ਦੇ ਸੁਨਤ ਕਰਾਉਣ ਤੇ ਵੀ ਆਪ ਜੀ ਨੇ ਤਰਕ ਕੀਤੀ ਹੈ। ਸਖਤ ਸਨੇਹ ਕਰ ਸੁਨਤ ਕਰੀਏ, ਮੈਂ ਨਾ ਬਦਹੂੰਗਾ ਭਾਈ, ਯੋਰੇ ਖੁਦਾਏ ਮੋਹਿ ਤੁਰਕ ਕਰੇਗਾ, ਆਪਨ ਹੀ ਕਟ ਜਾਈ। ਸੁਨਤ ਕੀਏ ਤੁਰਕ ਜੇ ਹੋਏਗਾ, ਔਰਤ ਕਾ ਕਿਆ ਕਰੀਏ, ਅੱਧ ਸਰੀਰੀ ਨਾਰ ਨ ਛੋੜੈ, ਤਾਂ ਤੇ ਹਿੰਦੂ ਹੀ ਰਹੀਏ।
ਆਸਾ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 477। ਵਜੂ ਕਰਕੇ ਵਿਖਾਵੇ ਦੀ ਨਵਾਜ਼ ਪੜ੍ਹਨੀ, ਸਿਜਦਾ ਕਰਨਾ, ਹਜ ਕਰਨਾ, ਆਪਨੇ ਕਿਹਾ ਵਿਅਰਥ ਹੈ ਜੇਕਰ ਨੀਅਤ ਸਾਫ਼ ਨਾ ਕੀਤੀ ਤਾਂ। ਕਿਆ ਉਜੂ ਪਾਕ ਕੀਆ, ਮੂੰਹ ਧੋਇਆ, ਕਿਹਾ ਮਸੀਤ ਸਿਰ ਲਾਇਆ, ਜੋ ਦਿਨ ਦਿਲ में है कपट निवाज गुजारहो, क्या हज काबे जाया। ਪ੍ਰਭਾਤੀ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 1350। ਦੋਵੇਂ ਫਿਰਕਿਆਂ ਦੀਆਂ ਖਾਮੀਆਂ ਆਪ ਹੀ ਹਮੇਸ਼ਾ ਧਰਮ ਦੇ ਠੇਕੇਦਾਰਾਂ ਤੇ ਆਮ ਲੋਕਾਈ ਦੇ ਸਾਹਮਣੇ ਬੜੀ ਦਲੇਰੀ ਦੇ ਨਾਲ ਨਸ਼ਰ ਕਰਦੇ। ਸੱਚਾਈ ਸੁਣਨੀ ਬਹੁਤ ਕਠਿਨ ਹੈ। ਦੋਵੇਂ ਫਿਰਕੇ ਮੁਸਲਮਾਨ ਅਤੇ ਬ੍ਰਾਹਮਣ ਆਪ ਜੀ ਦੇ ਕੱਟੜ ਵਿਰੋਧੀ ਬਣ ਗਏ। ਸਿਕੰਦਰ ਲੋਧੀ ਬਾਦਸ਼ਾਹ ਪਾਸ ਇਹਨਾਂ ਨੇ ਸ਼ਿਕਾਇਤਾਂ ਕੀਤੀਆਂ ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਬਾਕੀ ਦਾ ਜਿਹੜਾ ਲੇਖ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗੇ।
97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਆਪ ਜੀ ਦੇ ਨਾਲ ਸਾਂਝਾ ਕਰ ਰਹੇ ਸਾਂ ਕੁਝ ਕੁ ਵਿਚਾਰਾਂ ਜਿਹੜੀਆਂ ਕਿ ਭਗਤ ਕਬੀਰ ਜੀ ਮਹਾਰਾਜ ਉਹਨਾਂ ਦੇ ਜੀਵਨ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਤੇ ਜਿਵੇਂ ਕਿ ਅਸੀਂ ਜਾਣਿਆ ਕਿ ਭਗਤ ਕਬੀਰ ਜੀ ਮਹਾਰਾਜ ਨੇ ਜਿਹੜੀਆਂ ਸੱਚੀਆਂ ਗੱਲਾਂ ਨੇ ਉਹ ਦੋਹੇਂ ਮਜ਼ਹਬਾਂ ਨੂੰ ਮੁਸਲਮਾਨਾਂ ਨੂੰ ਵੀ ਤੇ ਹਿੰਦੂਆਂ ਨੂੰ ਜਾਂ ਬ੍ਰਾਹਮਣਾਂ ਨੂੰ ਜਿਹੜੀਆਂ ਜਦੋਂ ਕਹੀਆਂ ਉਹਨਾਂ ਨੂੰ ਹੋਰ ਜਵਾਬ ਤਾਂ ਨਹੀਂ ਸੀ ਕੋਈ ਆਉਂਦਾ ਪਰ ਇਹ ਦੋਵੇਂ ਫਿਰਕੇ ਜਿਹੜੇ ਸੀ ਆਪ ਜੀ ਦੇ ਕੱਟੜ ਵਿਰੋਧੀ ਬਣ ਗਏ ਤੇ ਸਿਕੰਦਰ ਲੋਧੀ ਬਾਦਸ਼ਾਹ ਪਾਸ ਅਨੇਕਾਂ ਸ਼ਿਕਾਇਤਾਂ ਕੀਤੀਆਂ ਕਿ ਕਬੀਰ ਦੋਵੇਂ ਧਰਮਾਂ ਦੇ ਵਿਰੁੱਧ ਭੰਡੀ ਪ੍ਰਚਾਰ ਕਰਦਾ ਹੈ। ਸਿਕੰਦਰ ਲੋਧੀ ਦੇ ਸਿਪਾਹੀ ਆਪ ਜੀ ਨੂੰ ਜਿਹੜੇ ਹੈ ਲੈਣ ਆ ਗਏ ਸ਼ਿਕਾਇਤਾਂ ਦੇ ਵਿਰੋਧ ਦੇ ਵਿੱਚ ਆਪ ਜੀ ਨੇ ਉੱਤਰ ਦਿੱਤਾ ਬਾਦਸ਼ਾਹ ਸਲਾਮਤ ਮੈਂ ਕਿਸੇ ਧਰਮ ਦੇ ਅਕੀਦੇ ਦੇ ਵਿਰੁੱਧ ਨਹੀਂ ਹਾਂ ਮੈਂ ਕੇਵਲ ਧਰਮ ਦੇ ਪਰਦੇ ਹੇਠ ਜੋ ਪਖੰਡ ਚੱਲ ਰਿਹਾ ਹੈ ਉਸ ਪਖੰਡ ਦੇ ਖਿਲਾਫ ਹਾਂ। ਬਾਦਸ਼ਾਹ ਨੇ ਹੰਕਾਰ ਅਧੀਨ ਭਗਤ ਜੀ ਦੀ ਇੱਕ ਵੀ ਨਾ ਸੁਣੀ ਤੇ ਕਬੀਰ ਜੀ ਦੇ ਹੱਥ ਪੈਰ ਬੰਨ੍ਹ ਕੇ ਹਾਥੀ ਦੇ ਅੱਗੇ ਸੁੱਟ ਦਿੱਤਾ ਜਿਸ ਦਾ ਵਰਣਨ ਭਗਤ ਕਬੀਰ ਜੀ ਮਹਾਰਾਜ ਨੇ ਆਪਣੀ ਬਾਣੀ ਦੇ ਵਿੱਚ ਰਾਗ ਗਾਉਣ ਦੇ ਵਿੱਚ ਕੀਤਾ ਹੈ। ਆਪ ਜੀ ਫਰਮਾਉਂਦੇ ਨੇ ਭੁਜਾ ਬਾਂਧ ਭਿਲਾ ਕਰ ਡਾਰਿਓ ਹਸਤੀ ਕਰੋਪ ਮੂਡ ਮਹਿ ਮਾਰਿਓ ਹਸਤ ਭਾਗ ਕੈ ਚੀਸਾ ਮਾਰੈ ਇਆ ਮੂਰਤ ਕੈ ਹਉ ਬਲਿਹਾਰੈ ਆਹੈ ਮੇਰੇ ਠਾਕੁਰ ਤੁਮਰਾ ਜੋਰ ਕਾਜੀ ਬਕਬੋ ਹਸਤੀ ਤੋਰ ਰਹਾਓ ਰੇ ਮਹਾਵਤ ਤੁਝ ਡਾਰੋਂ ਕਾਟ ਇਸੈ ਤੁਰਾਬਹੋ ਘਾਲੋ ਸਾਟ ਹਸਤ ਨਾ ਤੋਰੈ ਧਰੈ ਧਿਆਨ ਬਾਕੈ ਹਿਰਦੈ ਬਸੈ ਭਗਵਾਨ ਕਿਆ ਅਪਰਾਧ ਸੰਤ ਹੈ ਕੀਨਾ ਬਾਂਧ ਪੋਟ ਕੁੰਚਰ ਕੋ ਦੀਨਾ ਕੁੰਚਰ ਪੋਟ ਲੈ ਲੈ ਨਮਸਕਾਰੈ ਬੂਝੀ ਨਹੀਂ ਕਾਜੀ ਅੰਧਿਆਰੈ ਤੀਨ ਬਾਰ ਪਤੀਆ ਭਰ ਲੀਨਾ ਮਨ ਕਠੋਰ ਅਜਹੂ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ
ਚੌਥੇ ਪਦ ਮੈਂ ਜਨ ਕੀ ਜਿੰਦ। ਰਾਗ ਗੌਂਡ ਕਬੀਰ ਜੀ, ਅੰਗ 870। ਇਹਦੇ ਵਿੱਚ ਜਦੋਂ ਸੱਚ ਸਰੂਪ ਬਾਬਾ ਕਬੀਰ ਜੀ ਨੂੰ ਹਾਥੀ ਦੇ ਅੱਗੇ ਸਿੱਟਿਆ ਗਿਆ, ਜਿਵੇਂ ਕਿ ਅਸੀਂ ਸ਼ਬਦ ਦੇ ਵਿੱਚ ਜਾਣਿਆ ਹੈ, ਤੇ ਜਿਹੜਾ ਹਾਥੀ ਅੱਗੇ ਤੁਰਦਾ ਨਹੀਂ, ਤੇ ਕਾਜੀ ਉਹਨੂੰ ਕਹਿੰਦਾ ਹੈ ਤੂੰ ਇਹਨੂੰ ਤੋਰ, ਤੇ ਹਾਥੀ ਆਪ ਦੇ ਅੱਗੇ ਨਮਸਕਾਰ ਕਰਦਾ ਹੈ। ਫੇਰ ਵੀ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਹੈ ਇਹ ਸਮਝ ਨਹੀਂ ਆਉਂਦੀ ਹੈ ਕਿ ਹਾਥੀ ਨੇ ਸਗੋਂ ਆਪ ਜੀ ਨੂੰ ਦਰੜਿਆ ਨਹੀਂ, ਥੱਲੇ ਨਹੀਂ ਲਿਆ ਪੈਰ ਦੇ, ਸਗੋਂ ਨਮਸਕਾਰਾਂ ਕੀਤੀਆਂ ਨੇ। ਕਠੋਰ ਮਨ ਬਾਦਸ਼ਾਹ ਨੇ ਆਪਣੀ ਹੇਠੀ ਹੁੰਦੀ ਜਾਣ ਕੇ ਕਬੀਰ ਜੀ ਨੂੰ ਦਰਿਆ ਗੰਗਾ ਦੇ ਵਿੱਚ ਸੰਗਲਾਂ ਨਾਲ ਬੰਨ੍ਹ ਕੇ ਸੁੱਟਣ ਦਾ ਹੁਕਮ ਦੇ ਦਿੱਤਾ। ਅਹਿਲਕਾਰ ਤੇ ਜਲਾਦ ਬਾਬਾ ਕਬੀਰ ਜੀ ਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਬੇੜੀ ਵਿੱਚ ਬਿਠਾਲ ਕੇ ਗੰਗਾ ਦੇ ਵਿੱਚ ਸੁੱਟ ਕੇ ਡੋਬਣ ਲਈ ਤੁਰੇ। ਪਰ ਮਾਜਰਾ ਕੀ ਵਰਤਿਆ, ਆਪ ਜੀ ਨੇ ਰਾਗ ਭੈਰੋਂ ਦੇ ਵਿੱਚ ਅੰਕਿਤ ਕੀਤਾ ਹੈ। ਗੰਗ ਗਸਾਈਨ ਗਹਿਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ। ਮਨ ਨਾ ਡਿਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ ਰਹਾਓ। गंगा की लहर मेरी टूटी जंजीर, मृगशाला पर बैठे कबीर। कह कबीर को संग ना साथ, जल थल राखन है रघुनाथ। भैरों कबीर जी, श्री गुरु ग्रंथ साहब जी महाराज 1162 अंग। ਬਾਬਾ ਕਬੀਰ ਜੀ ਨੂੰ ਦਰਿਆ ਗੰਗਾ ਦੇ ਵਿੱਚ ਡੋਬ ਕੇ ਮਾਰਨ ਵਿੱਚ ਵੀ ਜਦੋਂ ਬਾਦਸ਼ਾਹ ਨੂੰ ਸਫਲਤਾ ਨਾ ਮਿਲੀ, ਤਦ ਬਾਬਾ ਕਬੀਰ ਜੀ ਪਾਸੋਂ ਸਾਰਿਆਂ ਨੇ ਮਾਫੀ ਮੰਗੀ। ਚਾਹਾਂ ਚੱਕਾਂ ਦੇ ਵਿੱਚ ਆਪ ਜੀ ਦੀ ਜੈ ਜੈਕਾਰ ਹੋ ਗਈ। ਜਦ ਆਪ ਜੀ ਨੇ ਮਹਿਸੂਸ ਕੀਤਾ ਕਿ ਹੁਣ ਸਾਡਾ ਸਰੀਰ ਤਿਆਗਣ ਦਾ ਆਖਰੀ ਸਮਾਂ ਆ ਗਿਆ ਹੈ, ਪ੍ਰਭੂ ਜੀ ਵੱਲੋਂ ਜਿੰਮੇ ਲੱਗੀ ਡਿਊਟੀ ਪੂਰੀ ਹੋ ਗਈ ਹੈ, ਤਦ ਆਪ ਜੀ ਨੇ ਇੱਕ ਹੋਰ ਗਲਤ ਮਨੌਤ ਜੋ ਪ੍ਰਚਲਿਤ ਸੀ, ਉਸ ਭਰਮ ਨੂੰ ਦੂਰ ਕਰਨ ਦੇ ਲਈ ਆਪ ਨੇ ਕਾਸ਼ੀ ਛੱਡ ਕੇ ਮਗਹਰ ਆ ਟਿਕੇ। ਕਿਉਂਕਿ ਪੰਡਤਾਂ ਨੇ ਪ੍ਰਚਲਿਤ ਕਰ ਰੱਖਿਆ ਸੀ ਕਿ ਜਿਹੜਾ ਮਨੁੱਖ ਕਾਸ਼ੀ ਦੇ ਵਿੱਚ ਸਰੀਰ ਤਿਆਗਦਾ ਹੈ ਉਹ ਸਿੱਧਾ ਬੈਕੁੰਠ ਧਾਮ ਨੂੰ ਜਾਂਦਾ ਹੈ। ਜਿਹੜਾ ਮਨੁੱਖ ਮਗਹਰ ਹੜੰਬੇ ਵਿਖੇ ਸਰੀਰ ਤਿਆਗਦਾ ਹੈ ਉਹ ਭਾਵੇਂ ਕਿੰਨਾ ਵੀ ਭਜਨੀਕ ਹੋਵੇ, ਉਹ ਨਰਕਾਂ ਦੇ ਵਿੱਚ ਜਾਂਦਾ ਹੈ। ਆਪ ਜੀ ਨੇ ਅਜਿਹੇ ਭਰਮ ਵਹਿਮਾਂ ਦੇ ਨਾਲ ਕਦੀ ਸਹਿਮਤੀ ਨਹੀਂ ਸੀ ਕੀਤੀ। ਆਪ ਜੀ ਦਾ ਸਿਧਾਂਤ ਸੀ ਕਿ ਕੋਈ ਵੀ ਮਾੜਾ ਨਹੀਂ, ਕੋਈ ਵੀ ਥਾਂ ਮਾੜਾ ਨਹੀਂ, ਸਾਰੇ ਥਾਂ ਪਰਮੇਸ਼ਵਰ ਨੇ ਬਣਾਏ ਨੇ। ਮਨੁੱਖ ਦੇ ਕਰਮ ਹੀ ਮਾੜੇ ਜਾਂ ਚੰਗੇ ਨੇ। ਚੰਗੇ ਕਰਮਾਂ ਕਰਕੇ ਜੀਵਨ ਮੁਕਤੀ ਮਿਲਦੀ ਹੈ ਤੇ ਮਾੜੇ ਕਰਮਾਂ ਦਾ ਫਲ ਦੁੱਖ ਤੇ ਨਰਕ ਮਿਲਦਾ ਹੈ। ਆਪ ਨੇ ਕਾਸੀ ਮਗਹਰ ਸਮਵਿਚਾਰੀ ਦੇ ਪੂਰਨੇ ਪਾ ਕੇ 120 ਸਾਲ ਦੀ ਸੰਸਾਰ ਦੇ ਵਿੱਚ ਸਰੀਰ ਰਾਹੀਂ ਵਿਚਰ ਕੇ ਲੋਕਾਈ ਨੂੰ ਪ੍ਰਭੂ ਮਿਲਾਪ ਦਾ ਮਾਰਗ ਦਿਖਾਇਆ ਤੇ ਗਲਤ ਵਿਚਾਰਧਾਵਾਂ ਦਾ ਸਾਰੀ ਉਮਰ ਖੰਡਨ ਕੀਤਾ। ਭਰਮਾਂ ਵਹਿਮਾਂ ਪਖੰਡਾਂ ਦਾ ਜਿੱਥੇ ਡਟ ਕੇ ਆਪ ਜੀ ਨੇ ਵਿਰੋਧ ਕੀਤਾ, ਉੱਥੇ ਸੱਚ ਦੀ ਸ਼ਮਾ ਨੂੰ ਰੋਸ਼ਨ ਕਰਕੇ ਸਚਿਆਰ ਬਣਨ ਦੀ ਪ੍ਰੇਰਨਾ ਦਿੱਤੀ। ਆਪ ਜੀ 1518 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਦੇ ਫਰਮਾਨ ਅਨੁਸਾਰ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਬਾਬਾ ਜੀ ਦੀ ਆਤਮਿਕ ਜੋਤ ਪ੍ਰਭੂ ਜੋਤੀ ਵਿੱਚ ਲੀਨ ਹੋ ਗਈ ਤੇ ਸਦਾ ਵਾਸਤੇ ਲੋਕਾਈ ਨੂੰ ਭਟਕਣਾ ਤੋਂ ਬਚਾਉਣ ਲਈ ਆਪਣੀ ਅਸਲੀ ਜੋਤ ਸ਼ਬਦ ਸਰੂਪ ਵਿੱਚ 541 ਸ਼ਲੋਕਾਂ ਦੁਆਰਾ ਪਿੱਛੇ ਛੱਡ ਗਈ। ਜਿਸ ਸ਼ਬਦ ਜੋਤ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਬੜੇ ਅਦਬ ਅਤੇ ਸਤਿਕਾਰ ਦੇ ਨਾਲ ਸਾਂਭ ਕੇ ਸੁਸ਼ੋਭਿਤ ਕਰ ਦਿੱਤਾ। ਇਹ ਸੀ ਭਗਤ ਕਬੀਰ ਜੀ ਦੇ ਬਾਰੇ ਕੁਝ ਸ਼ਬਦ ਜਿਹੜੇ ਕਿ ਸੰਤ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਨੇ ਲਿਖੇ ਤੇ ਅਸੀਂ ਆਪ ਜੀ ਦੇ ਨਾਲ ਸਾਂਝੇ ਕੀਤੇ ਨੇ ਉਹਨਾਂ ਦੀ ਕਿਤਾਬ ਗੁਰੂ ਗ੍ਰੰਥ ਸਾਹਿਬ ਦਰਸ਼ਨ ਦੇ ਵਿੱਚੋਂ। ਆਓ ਚੱਲਦੇ ਹਾਂ ਅਗਲਾ ਸ਼ਬਦ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ ਆਵਾਜ਼ ਦੇ ਵਿੱਚ ਸਰਵਣ ਕਰਦੇ ਹਾਂ। ਇਹ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ, ਜਿਹਦੇ ਵਿੱਚ ਉਹ ਗੰਗਾ ਦੀ ਲਹਿਰ ਵਾਲੀ ਜਿਹੜੀ ਹੈ ਪ੍ਰਸੰਗ ਜਿਹੜਾ ਹੈ ਸਾਨੂੰ ਸਮਝਾਉਂਦੇ ਨੇ। गंगा की लहर मेरी टूटी जंजीर, गंगा की लहर मेरी टूटी जंजीर, टूटी जंजीर
मृगशाला पर बैठे कबीर, गंगा की लहर मेरी टूटी जंजीर। मृगशाला पर बैठे कबीर, गंगा की लहर मेरी टूटी जंजीर। गंगा की लहर मेरी टूटी जंजीर। गंगा की लहर मेरी टूटी जंजीर। टूटी जंजीर मेरी टूटी जंजीर। टूटी जंजीर मेरी टूटी जंजीर। गंगा की लहर मेरी टूटी जंजीर। गंगा की लहर मेरी टूटी जंजीर। गंग गुसाए गहर गंभीर, जंजीर बांध कर खरे कबीर। गंग गुसाए गहर गंभीर, जंजीर बांध कर खरे कबीर। जंजीर बांध कर खरे कबीर। जंजीर बांध कर खरे कबीर। टूटी जंजीर मेरी टूटी जंजीर। टूटी जंजीर मेरी टूटी जंजीर। गंगा की लहर मेरी टूटी जंजीर। गंगा की लहर मेरी टूटी जंजीर। मन ना डिगे तन काहे को डराए, चरण कमल चित रहे ओ समाए। मन ना डिगे तन काहे को डराए, चरण कमल चित रहे ओ समाए। चरण कमल चित रहे ओ समाए। चरण कमल चित रहे ओ समाए। टूटी जंजीर मेरी टूटी जंजीर। टूटी जंजीर मेरी टूटी जंजीर। गंगा की लहर मेरी टूटी जंजीर। गंगा की लहर मेरी टूटी जंजीर। कह कबीर को संग न साथ, जल थल राखन है रघुनाथ। कह कबीर को संग न साथ, जल थल राखन है रघुनाथ। जल थल राखन है रघुनाथ। जल थल राखन है रघुनाथ। टूटी जंजीर मेरी टूटी जंजीर। टूटी जंजीर मेरी टूटी जंजीर। गंगा की लहर 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 मेरी टूटी
टूटी जंजीर, गंगा की लहर मेरी 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 टूटी जंजीर। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ। ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਤੇ ਪ੍ਰੋਗਰਾਮ ਦੇ ਕੁਝ ਹੀ ਮਿੰਟ ਬਾਕੀ ਨੇ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਲੇਖ ਸਾਧੂ ਸਿੰਘ ਜੀ ਗੋਬਿੰਦਪੁਰੀ ਦਾ ਲਿਖਿਆ ਹੋਇਆ ਆਪ ਜੀ ਦੇ ਨਾਲ ਸਾਂਝਾ ਕਰ ਸਕੀਏ। ਇਹ ਹੈ ਪਰ ਉਪਕਾਰ ਬਾਰੇ। ਆਪ ਲਿਖਦੇ ਨੇ ਕਿ ਪਰ ਉਪਕਾਰ ਸ਼ਬਦ ਦੋ ਅੱਖਰਾਂ ਪਰ ਤੇ ਉਪਕਾਰ ਦਾ ਸੁਮੇਲ ਹੈ। ਪਰ ਦਾ ਅਰਥ ਹੈ ਦੂਜਾ ਤੇ ਉਪਕਾਰ ਦਾ ਭਾਵ ਹੈ ਭਲਾਈ, ਨੇਕੀ, ਸਹਾਇਤਾ, ਮਿਹਰਬਾਨੀ ਆਦਿ। ਬਿਨਾਂ ਕਿਸੇ ਸਵਾਰਥ ਦੇ ਗਰੀਬਾਂ, ਅਨਾਥਾਂ ਤੇ ਲੋੜਵੰਦਾਂ ਦੇ ਕੰਮ ਆਉਣਾ ਤੇ ਬਿਨਾਂ ਕਿਸੇ ਭਿੰਨ ਭੇਦ ਦੇ ਉਹਨਾਂ ਦਾ ਭਲਾ ਜਾਂ ਸਹਾਇਤਾ ਕਰਨੀ ਪਰਉਪਕਾਰ ਹੈ। ਭੁੱਲੇ ਭਟਕੇ ਤੇ ਕਰਾਹੇ ਪਏ ਹੋਇਆਂ ਨੂੰ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਨਾ ਉਹਨਾਂ ਤੇ ਬਹੁਤ ਵੱਡਾ ਪਰਉਪਕਾਰ ਕਰਨ ਦੇ ਤੁੱਲ ਹੈ। ਸਭ ਤੋਂ ਵੱਡਾ ਪਰਉਪਕਾਰੀ ਤਾਂ ਪ੍ਰਮਾਤਮਾ ਆਪ ਹੈ, ਜਿਸ ਦੀ ਕਿਰਪਾ ਦੇ ਨਾਲ ਮਨੁੱਖਾ ਜੀਵਨ ਮਿਲਿਆ ਹੈ। ਇੱਥੋਂ ਤੱਕ ਕਿ ਗੁਣਹੀਣਾਂ ਨੂੰ ਵੀ ਉਹ ਦਾਤਾਂ ਬਖਸ਼ਦਾ ਹੈ। ਗੁਰਬਾਣੀ ਰਾਗ ਦੇਵ ਗੰਧਾਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ 533 ਅੰਕ ਤੇ ਫਰਮਾਉਂਦੇ ਨੇ, ਪਰਉਪਕਾਰੀ ਸਰਬ ਸੁਧਾਰੀ ਸਫਲ ਦਰਸ਼ਨ ਸਹਿਜਾਇਆ, ਕਹੋ ਨਾਨਕ ਨਿਰਗੁਣ ਕਉ ਦਾਤਾ ਚਰਨ ਕਮਲ ਉਰ ਧਰਿਆ। ਅਥਵਾ ਪ੍ਰਭ ਦਾਤਾ ਮੋਹਿ ਦੀਨ ਭੇਖਾਰੀ ਤੁਮ ਸਦਾ ਸਦਾ ਉਪਕਾਰੇ। ਰਾਗ ਸੂਹੀ ਮਹੱਲਾ ਪੰਜਵਾ ਅੰਗ 738। ਭਾਵ ਉਹ ਮਾਲਕ ਪ੍ਰਭੂ ਸਭ ਨੂੰ ਦਾਤਾਂ ਦੇਣ ਵਾਲਾ ਹੈ। ਅਸੀਂ ਤਾਂ ਉਸ ਦੇ ਦਰ ਤੇ ਮੰਗਤੇ ਹਾਂ। ਉਹ ਸਦਾ ਸਾਡੇ ਤੇ ਮਿਹਰਬਾਨੀ ਕਰਦਾ ਹੈ। ਜਿਨ੍ਹਾਂ ਦੇ ਹਿਰਦੇ ਅੰਦਰ ਅਜਿਹਾ ਪ੍ਰਭੂ ਵਸਦਾ ਹੈ, ਉਹ ਭਲੇ ਪੁਰਖ ਸਦਾ ਉਪਕਾਰ ਦੀਆਂ ਗੱਲਾਂ ਕਰਦੇ ਨੇ, ਦੂਜਿਆਂ ਦੇ ਭਲੇ ਲਈ ਹੀ ਕਾਮਨਾ ਕਰਦੇ ਨੇ। ਅਜਿਹੇ ਪਰਉਪਕਾਰੀਆਂ ਦੀ ਜੀਭਾਂ ਦਾ ਮੁੱਲ ਪਾਇਆ ਨਹੀਂ ਜਾ ਸਕਦਾ। ਸਤਿਗੁਰੂ ਜੀ ਰਾਗ ਬਿਲਾਵਲ ਦੇ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ। ਮਾਲਕ ਪ੍ਰਭੂ ਦੇ ਹੁਕਮ ਵਿੱਚ ਰਹਿ ਕੇ ਪਰਉਪਕਾਰ ਕਮਾਉਣ ਵਾਲੇ ਦਾ ਜੀਵਨ ਬੜਾ ਪਵਿੱਤਰ ਹੋ ਜਾਂਦਾ ਹੈ। ਫਿਰ ਉਹ ਮੁਖ ਤੋਂ ਸਦਾ ਪਵਿੱਤਰ ਬਚਨ ਹੀ ਬੋਲਦੇ ਨੇ, ਜਿਸ ਦਾ ਸਦਕਾ ਉਹਨਾਂ ਦੇ ਮੁਖਾਰ ਵਿੱਚੋਂ ਨਿਕਲਿਆ ਹਰ ਸ਼ਬਦ ਪਰਉਪਕਾਰ ਤੇ ਜੀਵਾਂ ਦੀ ਭਲਾਈ ਹਿਤ ਹੁੰਦਾ ਹੈ। ਗੁਰਵਾਕ ਹੈ, ਹਰ ਜਨ ਊਤਮ ਊਤਮ ਬਾਣੀ ਮੁਖ ਬੋਲੇ ਪਰਉਪਕਾਰੇ। ਭਗਤ ਕਬੀਰ ਜੀ ਦਾ ਬੜਾ ਸੁੰਦਰ ਵਿਚਾਰ ਹੈ ਕਿ ਸੰਸਾਰੀ ਜੀਵ ਤਾਂ ਦੁਨਿਆਵੀ ਹੋਰ ਧੰਦਿਆਂ ਵਿੱਚ ਰੁੱਝੇ ਰਹਿੰਦੇ ਨੇ, ਪਰੰਤੂ ਜਿਨ੍ਹਾਂ ਦਾ ਜੀਵਨ ਪਰਉਪਕਾਰ ਵਾਲਾ ਬਣ ਜਾਂਦਾ ਹੈ, ਉਹ ਸਭ ਨੂੰ ਇਹੋ ਸਿੱਖਿਆ ਦਿੰਦੇ ਨੇ ਕਿ ਸਾਰਿਆਂ ਤੇ ਦਇਆ ਤੇ ਸਭ ਨਾਲ ਪਿਆਰ ਕਰੋ। ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ, ਪੰਖੀ ਚਲੇ ਦਸਾਵਰੀ ਬਿਰਖਾ ਸੁਫਲ ਫਲੰਤ। ਤਰਵਰ ਤੋਂ ਭਾਵ ਹੈ ਸੁੰਦਰ ਰੁੱਖ, ਪੰਖੀ ਇਸ ਜਗਤ ਰੁੱਖ ਦੇ ਪੰਛੀ ਰੂਪੀ ਜੀਵ, ਦਸਾਵਰੀ ਹੋਰ ਦਿਸ਼ਾਵਾਂ ਦੇ ਵਿੱਚ ਤੇ ਹੋਰ ਧੰਦਿਆਂ ਵਿੱਚ। ਆਪਣੇ ਪ੍ਰਾਣੀ ਅਜਿਹੇ ਪ੍ਰਾਣੀ ਜਿਹੜੇ ਸਦਾ ਦੂਜਿਆਂ ਦੀ ਭਲਾਈ ਬਾਰੇ ਸੋਚਦੇ ਨੇ, ਜਿਨ੍ਹਾਂ ਨੂੰ ਪਰਉਪਕਾਰ ਕਰਨ ਦਾ ਸਦਾ ਚਾਅ ਰਹਿੰਦਾ ਹੈ, ਉਹਨਾਂ ਦਾ ਹਿਰਦਾ ਇੰਨਾ ਪਵਿੱਤਰ ਹੋ ਜਾਂਦਾ ਹੈ ਕਿ ਬੇਕਾਰ ਫਿਰ ਉਹਨਾਂ ਤੇ ਕੋਈ ਪ੍ਰਭਾਵ ਨਹੀਂ ਪਾ ਸਕਦੇ। ਫਲਸਰੂਪ ਉਹ ਸਦਾ ਸੁਖੀ ਵਸਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਰਾਗ ਬਿਲਾਵਲ ਦੇ ਵਿੱਚ ਬਚਨ ਕਰਦੇ ਨੇ, ਜੀ ਜੰਤ ਸਭ ਸੁਖ ਬਸੈ ਸਭ ਕੈ ਮਨ ਲੋਚ, ਪਰਉਪਕਾਰ ਨਿਤ ਚਿਤ ਵਤੇ ਨਾਹੀ ਕੁਛ ਪੋਚ। ਅਜਿਹੇ ਪਰਉਪਕਾਰੀ ਦੇ ਮਨ ਦੀਆਂ ਫਿਰ ਸਾਰੀਆਂ ਲੋਚਾਂ ਪੂਰੀਆਂ ਹੋ ਜਾਂਦੀਆਂ ਨੇ, ਪਰੰਤੂ ਭਾਗੇ ਮਨੁੱਖ ਮਾਇਆ ਦੇ ਮੋਹ ਦੇ ਵਿੱਚ ਫਸੇ ਰਹਿੰਦੇ ਨੇ। ਉਹਨਾਂ ਨੇ ਕਿਸੇ ਦਾ ਭਲਾ ਤਾਂ ਕੀ ਕਰਨਾ ਹੁੰਦਾ ਹੈ ਕਿ ਉਹ ਆਪ ਹੀ ਵਿਕਾਰਾਂ ਵਿੱਚ ਗ੍ਰਸੇ ਰਹਿੰਦੇ ਨੇ। ਮਾਇਆ ਹੀ ਉਹਨਾਂ ਲਈ ਸਭ ਕੁਝ ਹੈ ਤੇ ਇਹਦੇ ਵਿੱਚ ਹੀ ਉਹ ਮਸਤ ਰਹਿੰਦੇ ਨੇ। ਸਤਿਗੁਰੂ ਜੀ ਰਾਗ ਟੋਡੀ ਦੇ ਵਿੱਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਪਰਉਪਕਾਰ ਨ ਕਬਹੂ ਕੀਏ ਨਹੀਂ ਸਤਿਗੁਰ ਸੇਵ ਧਿਆਇਓ, ਪੰਚ ਦੂਤ ਰਚ ਸੰਗਤ ਗੋਸ਼ਟ ਮਤ ਬਾਰੋ ਮਦ ਮਾਇਓ। ਸੂਹੀ ਕੀ ਬਾਰ ਮਹੱਲਾ ਤੀਜਾ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਸ਼ਲੋਕ ਅੰਕਿਤ ਹੈ, ਜਿਸ ਦੇ ਵਿੱਚ ਆਪ ਜੀ ਦਾ ਫਰਮਾਨ ਹੈ ਕਿ ਜੋ ਪ੍ਰਾਣੀ
ਬੱਧੀ ਚੱਟੀ ਭਾਵ ਮਜਬੂਰੀ ਦੇ ਵਿੱਚ ਮਨ ਤੇ ਬੋਝ ਪਾ ਕੇ ਪਰਉਪਕਾਰ ਕਰਦਾ ਹੈ, ਉਸ ਨੂੰ ਨਾ ਆਪਣੇ ਆਪ ਨੂੰ ਕੋਈ ਲਾਭ ਹੁੰਦਾ ਹੈ ਤੇ ਨਾ ਹੀ ਕਿਸੇ ਦੂਜੇ ਦਾ ਭਲਾ ਹੁੰਦਾ ਹੈ। ਇਹ ਨਿਰੀ ਬੇਕਾਰ ਕੱਟਣ ਵਾਲੀ ਗੱਲ ਹੈ। ਖਿੜੇ ਮੱਥੇ ਕਿਸੇ ਦਾ ਭਲਾ ਕੀਤਾ ਜਾਵੇ ਤਾਂ ਹੀ ਕੰਮ ਸਿਰੇ ਚੜ੍ਹਦਾ ਹੈ, ਭਾਵ ਖੁਸ਼ੀ ਨਾਲ ਕੋਈ ਕਾਰਜ ਕੀਤਿਆਂ ਹੀ ਦੂਜੇ ਦਾ ਕੁਝ ਸਵਾਰਿਆ ਜਾ ਸਕਦਾ ਹੈ। ਆਪ ਜੀ ਫਰਮਾਉਂਦੇ ਨੇ, ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜ ਸਾਰ। ਸੋ ਹਰ ਇੱਕ ਦਾ ਭਲਾ ਕਰਦੇ ਨੇ, ਜੋ ਹਰ ਇੱਕ ਦਾ ਭਲਾ ਕਰਦੇ ਨੇ, ਦੂਜਿਆਂ ਨੂੰ ਪਰਉਪਕਾਰ ਕਰਨ ਲਈ ਪ੍ਰੇਰਦੇ ਨੇ, ਉਹ ਧਨ ਹਨ। ਉਹਨਾਂ ਦੀ ਵਡਿਆਈ ਜਾਂ ਮਹਿਮਾ ਕਥੀ ਨਹੀਂ ਜਾ ਸਕਦੀ। ਗੁਰੂ ਰਾਮਦਾਸ ਜੀ ਮਹਾਰਾਜ ਅਜਿਹੇ ਵਿਅਕਤੀਆਂ ਨੂੰ ਇਸ ਪ੍ਰਕਾਰ ਉਹਨਾਂ ਦੇ ਬਾਰੇ ਵਰਣਨ ਕਰਦੇ ਨੇ। ਉਹ ਇਹ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ। ਗੁਰਬਾਣੀ ਦੇ ਵਿੱਚ ਪਰਉਪਕਾਰ ਨਾ ਕਰਨ ਵਾਲਿਆਂ ਨੂੰ ਮਿੱਥਿਆ ਕਰਕੇ ਗਰਦਾਨਿਆ ਗਿਆ ਹੈ, ਭਾਵ ਜਿਹੇ ਪ੍ਰਾਣੀਆਂ ਦੀ ਕੋਈ ਹੋਂਦ ਜਾਂ ਵਜੂਦ ਨਹੀਂ ਹੁੰਦਾ, ਉਹ ਸੰਸਾਰ ਵਿੱਚ ਮਨੁੱਖਾ ਜੂਨ ਵਿੱਚ ਆਏ ਜਿਹੇ ਨਾ ਆਏ। ਮਿੱਥਿਆ ਤਨ ਨਹੀਂ ਪਰਉਪਕਾਰਾ। ਰਾਗ ਗੌੜੀ ਸੁਖਮਨੀ ਮਹੱਲਾ ਪੰਜਵਾ, ਅੰਗ 269। ਭਗਤ ਕਬੀਰ ਜੀ ਰਾਗ ਗੌਂਡ ਦੇ ਵਿੱਚ ਫਰਮਾਉਂਦੇ ਨੇ ਕਿ ਜੋ ਲੋਕ ਸਵਾਰਥੀ ਤੇ ਖੁਦਗਰਜ਼ ਨੇ, ਕਿਸੇ ਦਾ ਕੁਝ ਨਹੀਂ ਸਵਾਰਦੇ, ਕਦੇ ਕਿਸੇ ਦਾ ਭਲਾ ਨਹੀਂ ਕਰਦੇ, ਉਹਨਾਂ ਨਾਲੋਂ ਤਾਂ ਪਸ਼ੂ ਹੀ ਚੰਗੇ ਨੇ, ਜੋ ਮਰਨ ਉਪਰੰਤ ਵੀ ਮਨੁੱਖ ਦੇ ਕਿੰਨੇ ਕੰਮ ਸਵਾਰਦੇ ਨੇ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ ਦਸ ਕਾਜ ਸਵਾਰੈ। ਪਸ਼ੂਆਂ ਦੀ ਖੱਲ, ਚਰਬੀ, ਹੱਡੀਆਂ ਆਦਿ ਤੋਂ ਮਨੁੱਖ ਕਈ ਪ੍ਰਕਾਰ ਦੇ ਵਪਾਰਕ ਧੰਦੇ ਕਰਦੇ ਨੇ। ਵਿਦਿਆ ਇੱਕ ਅਮੋਲਕ ਧਨ ਹੈ, ਜਿਸ ਨਾਲ ਮਨੁੱਖ ਅੰਦਰੋਂ ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ। ਰਾਗ ਆਸਾ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਚਨ ਨੇ ਕਿ ਵਿਦਿਆ ਗ੍ਰਹਿਣ ਕਰਨ ਦੇ ਨਾਲ ਜਿਨ੍ਹਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ, ਉਹ ਪਰਉਪਕਾਰੀ ਹਨ, ਕਿਉਂਕਿ ਪਰਉਪਕਾਰੀ ਦਾ ਕੰਮ ਹੀ ਗਿਆਨ ਪ੍ਰਾਪਤ ਕਰਕੇ ਦੂਜਿਆਂ ਨੂੰ ਵੰਡਣਾ ਹੈ। ਵਿਦਿਆ ਵਿਚਾਰੀ ਤਾਂ ਪਰਉਪਕਾਰੀ। ਇਸੇ ਪ੍ਰਕਾਰ ਮਾਇਆ ਦੇ ਮੋਹ ਨੂੰ ਤਿਆਗ ਕੇ ਜੋ ਪ੍ਰਭੂ ਦਾ ਸਿਮਰਨ ਕਰਦੇ ਨੇ, ਉਹ ਵੀ ਪਰਉਪਕਾਰੀ ਨੇ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਰਾਗ ਗੌੜੀ ਸੁਖਮਨੀ ਮਹੱਲਾ ਪੰਜਵਾ, ਅੰਗ 263। ਇਸੇ ਤਰ੍ਹਾਂ ਪ੍ਰਭੂ ਦੇ ਸੇਵਕ ਜਨ ਜੋ ਹੋਰਨਾਂ ਨੂੰ ਪ੍ਰਮਾਤਮਾ ਦਾ ਨਾਮ ਨੂੰ ਮਨ ਵਿੱਚ ਵਸਾਉਣ ਲਈ ਪ੍ਰੇਰਨਾ ਕਰਦੇ ਨੇ, ਉਹ ਸਾਡੇ ਔਗਣਾਂ ਨੂੰ ਦੂਰ ਕਰਕੇ ਸਾਡੇ ਤੇ ਪਰਉਪਕਾਰ ਕਰਦੇ ਨੇ। ਸਾਜਨ ਬੰਦ ਸੁਮਿਤਰ ਸੋ, ਹਰ ਨਾਮ ਹਿਰਦੈ ਦੇ, ਔਗਣ ਸਭ ਮਿਟਾਏ ਕੇ ਪਰ ਉਪਕਾਰ ਕਰੇ। ਭਲੇ ਪੁਰਖਾਂ ਭਾਵ ਮੋਹ ਮਾਇਆ ਤੋਂ ਨਿਰਲੇਪ ਸੰਤ ਜਨਾਂ ਦੀ ਸੰਗਤ ਕੀਤਿਆਂ ਮਨੁੱਖ ਅੰਦਰ ਪਰਉਪਕਾਰ ਕਰਨ ਦੀ ਉਮੰਗ ਪੈਦਾ ਹੁੰਦੀ ਹੈ। ਪੂਰੇ ਤੇ ਸੱਚੇ ਸੰਤ ਜਨਾਂ ਦਾ ਸਭ ਤੋਂ ਵੱਡਾ ਗੁਣ ਇਹ ਹੈ ਕਿ ਉਹ ਜੋ ਵੀ ਬਚਨ ਕਰਦੇ ਨੇ, ਉਹ ਲੋਕਾਂ ਦੀ ਭਲਾਈ ਦੇ ਲਈ ਹੁੰਦੇ ਨੇ। ਜਿਵੇਂ ਪਾਣੀ ਦੇ ਵਿੱਚ ਕਮਲ ਦੇ ਫੁੱਲ ਖਿੜਦੇ ਨੇ, ਇਸੇ ਤਰ੍ਹਾਂ ਪੂਰਨ ਸੰਤ ਜਨਾਂ ਨੂੰ ਮਿਲ ਕੇ ਮਨੁੱਖੀ ਜੀਵੜਾ ਖਿੜਾਓ ਵਿੱਚ ਆਉਂਦਾ ਹੈ। ਸੰਤਨ ਸੰਤ ਸਾਧ ਮਿਲ ਰਹੀਏ, ਗੁਣ ਬੋਲੈ ਪਰਉਪਕਾਰੇ, ਸੰਤੈ ਸੰਤ ਮਿਲੈ ਮਨ ਵਿਗਸੈ, ਜਿਉ ਜਲ ਮਿਲ ਕਮਲ ਸਵਾਰੇ। ਰਾਗ ਨਟ ਨਾਰਾਇਣ ਮਹੱਲਾ ਚੌਥਾ, ਅੰਗ 983। ਰਾਗ ਠੋਡੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸੇਧ ਬਖਸ਼ ਰਹੇ ਨੇ ਕਿ ਅਸਲ ਮਾਰਗ ਤੋਂ ਖੁੰਝ ਕੇ ਪ੍ਰਾਣੀ ਆਪਣੇ ਮਨ ਨੂੰ ਨਾਸ਼ਵੰਤ ਜਗਤ ਵਿੱਚ ਜੋੜੀ ਰੱਖਦੇ ਨੇ। ਅਜਿਹੇ ਮਾਇਆ ਬੇੜੇ ਮਨੁੱਖਾਂ ਨੇ ਦੂਜਿਆਂ ਦੀ ਭਲਾਈ ਜਾਂ ਸੇਵਾ ਕੀ ਕਰਨੀ ਹੈ। ਨਾਨਾ ਝੂਠ ਲਾਏ ਮਨ ਤੋਖਿਓ, ਨੈ ਬੂਝਿਓ ਅਪਨਾਇਓ, ਪਰਉਪਕਾਰ ਨ ਕਬਹੂ ਕੀਏ, ਨਹੀਂ ਸਤਿਗੁਰ ਸੇਵ ਧਿਆਇਓ। ਦੂਜੇ ਬੰਨੇ ਜਿਸ ਪ੍ਰਾਣੀ ਨੂੰ ਅਕਾਲ ਪੁਰਖ ਦੇ ਗੁੱਝੇ ਭੇਦਾਂ ਦਾ ਗਿਆਨ ਹੁੰਦਾ ਹੈ, ਅਜਿਹੇ ਬ੍ਰਹਮ ਗਿਆਨੀ ਦੇ ਮਨ ਵਿੱਚ ਗਰੀਬੀ ਟਿਕੀ ਰਹਿੰਦੀ ਹੈ ਤੇ ਉਹ ਦੂਜਿਆਂ ਦੀ ਭਲਾਈ ਕਰਨ ਦਾ ਉਹਨਾਂ ਨੂੰ ਚਾਅ ਚੜਿਆ ਰਹਿੰਦਾ ਹੈ। ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ, ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ। ਦੂਜਿਆਂ ਤੇ ਭਲਾਈ ਕਰਨ ਵਾਲੇ ਅਜਿਹੇ ਸੇਵਕ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦੇ। ਉਹ ਤਾਂ ਇਸ ਜਗਤ ਵਿੱਚ ਦੂਜਿਆਂ ਦਾ ਭਲਾ ਕਰਨ ਲਈ ਹੀ ਆਉਂਦੇ ਨੇ ਤੇ ਜੀਵਾਂ ਨੂੰ ਆਤਮਿਕ ਜੀਵਨ ਦੇ ਕੇ ਪ੍ਰਭੂ ਭਗਤੀ ਵਿੱਚ ਜੋੜ ਕੇ ਪ੍ਰਮਾਤਮਾ ਦੇ ਨਾਲ ਮਿਲਾ ਦਿੰਦੇ ਨੇ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰਉਪਕਾਰੀ ਆਏ,
ਜੀ ਡਾਨ ਦੇ ਭਗਤ ਲਾਇਨ ਹਰ ਸਿਉ ਲੈਨ ਮਿਲਾਏ। ਸਿੱਖ ਇਤਿਹਾਸ ਪਰਉਪਕਾਰ ਤੇ ਮਾਨਵੀ ਗੁਣਾਂ ਨਾਲ ਭਰਪੂਰ ਹੈ। ਇਸ ਦਾ ਕੋਈ ਪੰਨਾ ਪਰਤ ਕੇ ਦੇਖ ਲਓ, ਪਰਉਪਕਾਰ ਤੇ ਦਇਆ ਮੋਟੇ ਅੱਖਰਾਂ ਵਿੱਚ ਉਖੜੇ ਹੋਏ ਨੇ, ਪਰੰਤੂ ਦੇਸ਼ ਕੌਮ ਦੇ ਸਰਵੰਸ ਨਿਸ਼ਾਵਰ ਕਰਕੇ ਇਹ ਕਹਿਣਾ, ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁਤਿਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸੰਸਾਰ ਦੇ ਇਤਿਹਾਸ ਦੇ ਵਿੱਚ ਇਹ ਪਰਉਪਕਾਰ ਦੀ ਇੱਕ ਸਿਖਰ ਹੈ। ਸੋ ਇਹ ਤੁਸੀਂ ਲੇਖ ਪਰਉਪਕਾਰ ਦੇ ਬਾਰੇ, ਤੇ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈ ਲੈਣੀ ਹੈ, ਕਿਉਂਕਿ ਅਗਲਾ ਜਿਹੜੀ ਹੈ ਬਾਰ ਹੈ ਉਹ ਆਪ ਦੇ ਨੇ ਸੁਣਨੀ ਹੈ, ਤੇ ਉਸ ਤੋਂ ਦੂਜੇ ਪਰ ਅਸੀਂ ਆਪ ਜੀ ਨੂੰ ਲੈ ਚੱਲਣਾ ਹੈ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਇਸ ਜਿਹੜੀ ਹੈ ਬਾਰ ਹੈ, ਇਸ ਦੇ ਦੂਜੇ ਪਾਰ ਆਪ ਜੀ ਨੂੰ ਲੈ ਚੱਲਦੇ ਹਾਂ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਣ ਕਰੋਗੇ। ਆਪਣਾ ਖਿਆਲ ਰੱਖਿਓ। ਰੱਬ ਰਾਖਾ। ਵਾਹਿਗੁਰੂ ਜੀ ਕੀ ਫਤਿਹ। ਕਿਸੇ ਕਵੀ ਨੇ ਲਿਖਿਆ ਹੈ, ਸਾਈਂ ਮੀਆਂ ਮੀਰ ਆਇਆ ਰੋ ਰੋ ਕਹਿਣ ਲੱਗਾ, ਮੇਰਾ ਦਿਲ ਜਲ ਗਿਆ ਤੇ ਮੇਰਾ ਅਰਮਾਨ ਜਲ ਗਿਆ, ਮੋਮਨ ਹੁੰਦਿਆਂ ਜਲ ਕੇ ਮਰਾਂ ਕਿਉਂ ਨਾ, ਮੇਰੇ ਸਾਹਮਣੇ ਮੇਰਾ ਕੁਰਾਨ ਜਲ ਗਿਆ, ਪੰਡਤਾਂ ਮੰਦਰ ਦੀ ਕਾਦੀ ਮਨੌਤ ਕਰਦਾ, ਤੇਰੇ ਸਾਹਮਣੇ ਤੇਰਾ ਭਗਵਾਨ ਜਲ ਗਿਆ, ਤਪਦੀ ਤਵੀ ਤੇ ਜਲਿਆ ਕਿ ਗੁਰੂ ਅਰਜਨ, ਜਲਦੀ ਅੱਗ ਵਿੱਚ ਹਿੰਦੋ ਸਤਾਨ ਜਲ ਗਿਆ। ਸ਼੍ਰੋਮਣੀ ਸ਼ਹੀਦ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਵੇਂ ਤਪਦੀ ਤਵੀ ਦੇ ਉੱਤੇ ਬਹਿ ਕੇ ਸ਼ਹਾਦਤ ਦਿੱਤੀ, ਉਹਨਾਂ ਲਾਈਨਾਂ ਨੂੰ ਰਾਮ ਸਿੰਘ ਫਰਵਾਲਾ ਲੈਸਟਰ ਦੀ ਕਲਮ ਨੇ ਜਿਵੇਂ ਕਲਮਬੰਦ ਕੀਤਾ ਹੈ, ਉਹਨੂੰ ਅਮਨਦੀਪ ਸਿੰਘ ਫਰਵਾਲੇ ਦਾ ਢਾਡੀ ਜਥਾ ਹੈ ਇਉਂ ਬਿਆਨ ਕਰਦਾ ਹੈ, ਬਿਰਥਾ ਨਹੀਂ ਸ਼ਹੀਦਾਂ ਦਾ ਖੂਨ ਜਾਂਦਾ ਓ, ਬਿਰਥਾ ਨਹੀਂ ਸ਼ਹੀਦਾਂ ਦਾ ਖੂਨ ਜਾਂਦਾ ਓ, ਜਿੱਥੇ ਡੁੱਲਦਾ ਯੁੱਗ ਪਲਟਾ ਦੇਵੇ, ਇਹ ਖੂਨ ਬਾਰੂਦ ਦੀ ਚਿਲੰਗ ਬਣ ਕੇ ਅੰਦਰ ਜਜ਼ਬਿਆਂ ਦਾ ਭੰਬੜ ਲਾ ਦੇਵੇ। ਹੋ ਕਿਧਰੇ ਚੜੇ ਤੂਫਾਨਾਂ ਨੂੰ ਸ਼ਾਂਤ ਕਰ ਦੇ, ਕਿਧਰੇ ਇਹ ਭੁਚਾਲ ਲਿਆ ਦੇਵੇ, ਇਹ ਖੂਨ ਮਨੁੱਖਤਾ ਲਈ ਟੀਕਾ ਤੇ ਕੌਮਾਂ ਮੁਰਦਿਆਂ ਵਿੱਚ ਜਾਨ ਪਾ ਦੇਵੇ, ਤੇ ਕੌਮਾਂ ਮੁਰਦਿਆਂ ਵਿੱਚ ਜਾਨ ਪਾ ਦੇਵੇ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਉਹ ਪਿਰਥੀ ਭਰਾਤਾ ਵੱਡਾ ਗੁਰਾਂ ਦਾ ਜੋ ਖੂਨ ਦਾ ਪਿਆਸਾ ਬਣਿਆ, ਗੁਰਤਾ ਗੱਦੀ ਨੂੰ ਹਥਿਆਉਣ ਵਾਸਤੇ ਉਸ ਤਾਣਾ ਤਣਿਆ, ਗੁਰਤਾ ਗੱਦੀ ਨੂੰ ਹਥਿਆਉਣ ਵਾਸਤੇ ਉਸ ਤਾਣਾ ਤਣਿਆ। ਕੋਈ ਕਸਰ ਨਾ ਛੱਡੀ ਜਾਣ ਲੈਣ ਲਈ ਮਸੰਦ ਨਾਲ ਲਾ ਲੈ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ।
ਕੰਨਾਂ ਦਾ ਜੋ ਕੱਚਾ ਜਹਾਂਗੀਰ ਬਾਦਸ਼ਾਹ ਉਹਦੇ ਕੰਨ ਭਰਦੇ, ਕੰਨਾਂ ਦਾ ਜੋ ਕੱਚਾ ਜਹਾਂਗੀਰ ਬਾਦਸ਼ਾਹ ਉਹਦੇ ਕੰਨ ਭਰਦੇ। ਚੰਦੂ ਨਾਲ ਮੁੱਲਾ ਤੇ ਮੁਲਾਣੇ ਰਲ ਕੇ ਦੋਖੀ ਗੁਰੂ ਕਰਦੇ। ਇੰਨਾ ਪੁੜਕਾ ਜਹਾਂਗੀਰ ਤਾਈ ਬਲਦੀ ਤੇ ਤੇਲ ਪਾ ਗਏ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਉਹ ਤਪਦੀ ਤਲੀ ਤੇ ਬੈਠੇ ਸੱਚ ਦੇ ਪੁਜਾਰੀ ਸਤਨਾਮ ਬੋਲਦੇ। ਤੇਰਾ ਭਾਣਾ ਮਿੱਠਾ ਲਾਗੇ ਸ਼ਬਦ ਉਚਾਰੇ ਰੱਤਾ ਵੀ ਨਾ ਢੋਲਦੇ। ਤੇਰਾ ਭਾਣਾ ਮਿੱਠਾ ਲਾਗੇ ਸ਼ਬਦ ਉਚਾਰੇ ਰੱਤਾ ਵੀ ਨਾ ਢੋਲਦੇ। ਤਾਂ ਹਮਾਰੇ ਰੋਏ ਸਾਈਂ ਮੀਆਂ ਮੀਰ ਜੀ ਸਾਧਵੇਂ 'ਚ ਆ ਗਏ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਜੀ ਸ਼ਹੀਦੀ ਪਾ ਗਏ। ਉਹ ਰੱਖਿਆ ਜਿਉਂਦਾ ਦੇ ਕੇ ਸਾਹਾਂ ਦੀ ਆਹੂਤੀ ਸੱਚ ਦੀ ਆਵਾਜ਼ ਨੂੰ। ਰਾਮ ਸਿੰਘ ਫਰਵਾਲੀਏ ਦੀ ਪ੍ਰਣਾਮ ਬਾਣੀ ਦੇ ਜਹਾਜ਼ ਨੂੰ। ਰਾਮ ਸਿੰਘ ਫਰਵਾਲੀਏ